सबको जय मसीह की। परमेश्वर के नाम की स्तुति हो। सबनु जय मसीह दी प्रभु बहुत एक सुंदर दिन है आज का दिन। ते आज बहुत ही सोहना दिन है। आपकी जिंदगी में परमेश्वर ने स्वर्ग से ओर से नियुक्त किया हुआ एक सुंदर दिन के लिए हम परमेश्वर को धन्यवाद करेंगे। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਵਰਗ ਦੀ ਵੱਲੋਂ ਇੱਕ ਨਿਯੁਕਤ ਕੀਤਾ ਗਿਆ ਦਿਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। परमेश्वर के नाम की स्तुति हो। प्रभु ਦੇ ਨਾਮ ਦੀ ਵਡਿਆਈ ਹੋਵੇ। नया नियम का कलीसिया को परमेश्वर ने दो कर्म दिया हुआ, उसमें से एक है बपतिस्मा, दूसरा प्रभु भोज। ਅਤੇ ਨਵੇਂ ਨਿਯਮ ਦੀ ਸੰਗਤ ਨੂੰ ਦੋ ਨਿਯਮ ਦਿੱਤੇ ਗਏ ਨੇ ਤੇ ਦੋ ਗੱਲਾਂ ਦੱਸੀਆਂ ਗਈਆਂ ਨੇ ਕਿ ਜਿਹੜੀਆਂ ਉਹਨਾਂ ਨੇ ਪੂਰਾ ਕਰਨੀਆਂ ਨੇ। ਉਹਨਾਂ ਵਿੱਚੋਂ ਪਹਿਲੀ ਹੈ ਕਿ ਬਪਤਿਸਮਾ ਲੈਣਾ ਤੇ ਦੂਸਰਾ ਹੈ ਪ੍ਰਭੂ ਭੋਜ ਦੇ ਵਿੱਚ शामिल होना। आप सभी जन जितनी लोग बपतिस्म लेने जा रहे, कितनी लोग बपतिस्म लिया, उन लोगों जरूर ध्यान देना है। आज हम इधर जो क्लास लगाने जा रहे हैं ਅਤੇ ਅੱਜ ਜਿਹੜੀ ਇੱਥੇ ਕਲਾਸ ਲਾਉਣ ਜਾ ਰਹੇ ਜਿੰਨੇ ਲੋਕ ਬਪਤਿਸਮਾ ਲੈਣ ਜਾ ਰਹੇ ਨੇ ਤੇ ਜਿਨ੍ਹਾਂ ਨੇ ਬਪਤਿਸਮਾ ਲਿਆ ਹੋਇਆ ਹੈ ਸਾਰੇ ਲੋਕ ਬੜੇ ਧਿਆਨ ਦੇ ਨਾਲ ਇਸ ਸਿੱਖਿਆ ਨੂੰ ਲੈਣਾ ਤੇ ਬਹੁਤ ਹੀ ਅਹਿਮੀਅਤ ਦੇ ਕੇ ਇਸ ਗੱਲ ਨੂੰ ਸਿੱਖਣਾ ਹੈ। आप लोग सब तौबा किया हुए लोग हैं, मैं विश्वास कर रहे हैं। ਤੁਸੀਂ ਸਾਰਿਆਂ ਨੇ ਤੌਬਾ ਮਨ ਫਿਰਾਇਆ ਹੋਇਆ ਤੌਬਾ ਕੀਤੀ ਅਸੀਂ ਵਿਸ਼ਵਾਸ ਕਰਦੇ ਹਾਂ। तौबा करने के बिना इधर कोई बैठेगा तो हाथ ऊंचा करे। ਅਤੇ ਜੇ ਬਿਨਾਂ ਹਜੇ ਤੱਕ ਤੌਬਾ ਨਹੀਂ ਕੀਤੀ ਤੇ ਤੁਸੀਂ ਆਪਣਾ ਹੱਥ ਚੱਕ ਸਕਦੇ ਹੋ। तौबा नहीं किया, ਤੌਬਾ नहीं ਕੀਤੀ, आप तौबा नहीं किया, अभी तौबा करने के लिए आप लोग तैयार हो? ਹੁਣ ਤੁਸੀਂ ਤੌਬਾ ਕਰਨ ਦੇ ਲਈ ਤਿਆਰ ਹੋ? तैयार है। तो तौबा क्या है ये आपको अभी समझाने जा रही हूँ। ਅਤੇ ਤੌਬਾ ਕੀ ਹੁੰਦੀ ਹੈ ਇਹਦੇ ਬਾਰੇ ਤੁਹਾਨੂੰ ਦੱਸਣ ਚੱਲੇ ਹਾਂ। हम पंजाब में प्रभु यीशु मसीह को स्वीकार करने के उस पगले विश्वास के कदम को हम तौबा बोल सकते हैं। ਅਤੇ ਆਪਣੇ ਇੱਧਰ ਪੰਜਾਬ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲਾ ਹੀ ਵਾਰ ਜਿਹੜਾ ਪਹਿਲਾ ਕਦਮ ਹੁੰਦਾ ਹੈ ਉਹਨੂੰ ਸਵੀਕਾਰ ਕਰਨ ਦਾ, ਯੀਸ਼ੂ ਮਸੀਹ ਚਾਹੁਣ ਦਾ ਸਭ ਤੋਂ ਪਹਿਲਾ ਜਿਹੜਾ ਕਦਮ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਤੌਬਾ। उसमें एक हम अपने मन को परमेश्वर को ओर से हम फिरते, वचन की ओर से मोड़ देते और हमारा पापों को हम माफ़ी मांगते और प्रभु यीशु मसीह को अपने जीवन पर हम उद्धारकर्ता के रूप में, छुटकारा देने वाले के रूप में, आनंद जीवन देने वाले परमेश्वर के रूप में हम स्वीकार करते। इसको कहते हैं तौबा। ਤੇ ਤੌਬਾ ਦੇ ਵਿੱਚ ਇਹ ਹੁੰਦਾ ਕਿ ਅਸੀਂ ਇਸ ਸੰਸਾਰ ਦੇ ਵਿੱਚੋਂ, ਸੰਸਾਰ ਦੀ ਹਰ ਇੱਕ ਗੰਦਗੀ ਤੋਂ ਅਸੀਂ ਬਾਹਰ ਨਿਕਲਦੇ ਹੋਏ ਪਰਮੇਸ਼ਰ ਦੀ ਵੱਲ, ਪਰਮੇਸ਼ਰ ਦੇ ਵਚਨ ਦੀ ਵੱਲ ਆਪਣੀ ਜ਼ਿੰਦਗੀ ਨੂੰ ਮੋੜ ਲੈ ਕੇ ਆਉਂਦੇ ਆ ਅਤੇ ਪਰਮੇਸ਼ਰ ਦੀ ਵੱਲ ਆਪਣੀ ਜ਼ਿੰਦਗੀ ਨੂੰ ਮੋੜ ਦਿੰਦੇ ਆ ਅਤੇ ਆਪਣੀ ਜ਼ਿੰਦਗੀ ਦੀ ਹਰ ਗਲਤੀਆਂ ਨੂੰ ਪਰਮੇਸ਼ਰ ਦੇ ਸਾਹਮਣੇ ਮੰਨ ਲੈਂਦੇ ਆ ਤੇ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਉਹਦੇ ਤੋਂ क्षमा ਪ੍ਰਾਪਤ ਕਰਦੇ ਇਹਨੂੰ ਕਿਹਾ ਜਾਂਦਾ ਤੌਬਾ। समझ आ गया ना? समझ आई? बीमार जाने के लिए ना, दुष्ट आत्मा से छुटकारा के लिए, आपकी जिंदगी में आप सामना करने वाले परेशानी को बचने के लिए नई तौबा कर रहे हैं। ਅਤੇ ਤੌਬਾ ਇਸ ਕਰਕੇ ਨਹੀਂ ਹੁੰਦੀ ਕਿ ਸਾਡੀਆਂ ਬਿਮਾਰੀਆਂ ਚਲੀਆਂ ਜਾਣ, ਸਾਡੀ ਭੂਤ ਪ੍ਰੇਤਾਂ ਚਲੀਆਂ ਜਾਣ ਜਾਂ ਸਾਡੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਕਿ ਤੌਬਾ ਕਰ ਲਈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੋ ਜੂਗਾ ਜਾਂ ਮੇਰੇ ਬਿਮਾਰੀ ਚਲੀ ਜਾਵੇ। ਇਸ ਕਰਕੇ ਨਹੀਂ ਹੈ ਤੌਬਾ, ਪਰ ਸਾਡੀ ਜ਼ਿੰਦਗੀ ਦੇ ਗਲਤੀਆਂ ਨੂੰ ਮਾਫ ਹੋਣਾ ਅਤੇ ਸਾਡੀ ਜ਼ਿੰਦਗੀ ਨੇ ਬਿਲਕੁਲ ਪਵਿੱਤਰ ਬਣ ਜਾਣਾ, ਇਸ ਕਰਕੇ ਤੌਬਾ ਹੁੰਦੀ ਹੈ। आपकी बीमारी, आपकी परेशानी प्रभु के पास आने के लिए एक रास्ता बन गया। ਅਤੇ ਤੁਹਾਡੀ ਬਿਮਾਰੀ ਜਾਂ ਤੁਹਾਡੀ ਮੁਸ਼ਕਿਲ ਜਾਂ ਪਰੇਸ਼ਾਨੀ ਪਰਮੇਸ਼ਰ ਦੀ ਵੱਲ ਮੁੜਨ ਦਾ, ਪ੍ਰਭੂ ਦੇ ਕੋਲ ਆਉਣ ਦਾ ਇੱਕ ਰਾਹ ਬਣ ਗਈ ਹੈ। लेकिन परमेश्वर को संतान होने के लिए क्या करना चाहिए? उसके पगले कदम है तौबा। ਅਤੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ, ਉਹਦੀ ਔਲਾਦ ਬਣਨ ਦੇ ਲਈ ਕੀ ਕਰਨਾ ਪਊਗਾ? ਉਹਦਾ ਜਿਹੜਾ ਸਭ ਤੋਂ ਪਹਿਲਾ ਸਟੈਪ ਹੈ, ਜਿਹੜਾ ਸਭ ਤੋਂ ਪਹਿਲਾ ਕਦਮ ਹੈ ਉਹ ਹੈ ਤੌਬਾ। और प्रभु यीशु मसीह को अपने जीवन में स्वीकार करने के लिए तौबा की क्या जरूरत है? ਤੇ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨ ਦੇ ਲਈ ਤੌਬਾ ਦੀ ਕੀ ਲੋੜ ਹੈ? ਕਿਉਂ ਤੌਬਾ ਕੀਤੀ ਜਾਂਦੀ ਹੈ? हम हर दिन इधर प्रचार सुनते हैं, एदन वाटिका में परमेश्वर ने अपने स्वरूप में सृष्टि किया आदम, और परमेश्वर के आज्ञा तोड़ने के कारण पाप भी बन गया था। ਅਤੇ ਆਪਾਂ ਹਰ ਰੋਜ਼ ਇਹ ਵਚਨਾਂ ਨੂੰ ਸੁਣਦੇ ਹਾਂਗੇ ਕਿ ਪਰਮੇਸ਼ਰ ਨੇ ਅਦਨ ਦੀ ਵਾਟਿਕਾ ਦੇ ਵਿੱਚ ਜਿਸ ਆਦਮ ਨੂੰ ਰਚਿਆ ਸੀ ਉਹ ਪਰਮੇਸ਼ਰ ਦੀ ਗੱਲ ਨਾ ਮੰਨਣ ਦੇ ਕਰਕੇ, ਅਣਆਗਿਆਕਾਰੀਤਾ ਦੇ ਕਰਕੇ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਇੱਕ ਪਾਪੀ ਵਿਅਕਤੀ ਬਣ ਗਿਆ। वचन कहते हैं ਬਾਣੀ 'ਚ ਲਿਖਿਆ ਹੈ पाप का वेतन मृत्यु है। ਅਤੇ ਪਾਪ ਦੀ ਮਜ਼ਦੂਰੀ ਮੌਤ ਹੈ। जिस दिन वो फल खाए थे, ਜਿੱਦਣ ਹੀ ਉਹਨਾਂ ਨੇ ਉਹ ਫਲ ਨੂੰ ਖਾਧਾ ਸੀ, परमेश्वर ने आदम को कहा था, ਪ੍ਰਭੂ ਨੇ ਆਦਮ ਨੂੰ ਇਹ ਗੱਲ ਆਖੀ जब तू फल खाएंगे तू मर ਤੇ जाएंगे। ਜੇ ਤੂੰ ਫਲ ਨੂੰ ਖਾ ਲਿਆ ਤਾਂ ਤੂੰ ਮਰ ਜਾਵੇਂਗਾ। परमेश्वर
परमेश्वर ने आदम को एदन वाटिका में सारे सुविधा देने के बाद प्रभु ने एक आज्ञा दिया, इस वाटिका के अंदर के हर एक फल आप खा सकते हैं, लेकिन इस वृक्ष, ये भले और बुराई के ज्ञान देने वाले वृक्ष का फल तुम अभी नहीं खाना, ਖਾਏਗਾ तो तुम मर जाएंगे। ਅਤੇ ਪਰਮੇਸ਼ਰ ਨੇ ਆਦਮ ਹਵਾ ਨੂੰ ਇੱਕ ਆਗਿਆ ਦਿੱਤੀ ਸੀਗੀ ਤੇ ਉਹਨਾਂ ਨੂੰ ਕਿਹਾ ਸੀ ਕਿ ਇਸ ਅਦਨ ਦੇ ਬਗੀਚੇ 'ਚ ਜਿੰਨੇ ਵੀ ਫਲ ਫਰੂਟ ਲੱਗਿਆ ਤੂੰ ਖਾ ਸਕਦਾ ਹੈ, ਵੇਚ ਕੇ ਖਾ ਸਕਦਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਪਰ ਜਿਹੜਾ ਫਲ ਦਾ ਤੈਨੂੰ ਮੈਂ ਮਨਾ ਕੀਤਾ, ਜਿਹੜਾ ਚੰਗੇ ਅਤੇ ਬੁਰੇ ਦਾ ਗਿਆਨ ਦਿੰਦਾ, ਜਿਹੜਾ ਸਮਝ ਦੇਣ ਵਾਲਾ ਫਲ ਹੈ, ਉਹਨੂੰ ਤੂੰ ਹਜੇ ਨਹੀਂ ਖਾਣਾ, ਜੇ ਤੂੰ ਉਹਨੂੰ ਖਾਦਾ ਤਾਂ ਮਰ ਜਾਏਗਾ। हमें सारे कहानी पता होगा, नहीं तो आप लोग बाइबल उत्पत्ति के किताब में ये सारे बात लिखा है। ਅਤੇ ਜੇਕਰ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਪਤਾ ਹੋਊਗੀ, ਸਾਰੀ ਕਹਾਣੀ ਹੀ ਪਤਾ ਹੋਊਗੀ, ਪਰ ਜੇਕਰ ਸਾਨੂੰ ਨਹੀਂ ਪਤਾ ਤਾਂ ਬਾਈਬਲ ਦੇ ਵਿੱਚ ਉਤਪੱਤੀ ਪਹਿਲੀ ਪੁਸਤਕ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਸਾਰੀਆਂ ਗੱਲਾਂ, ਜਿਹੜੀ ਸਾਰੀ ਸੱਚਾਈ ਲਿਖੀ ਹੋਈ ਹੈ। आप लोगों को यदि पढ़ नहीं सकते तो ऑडियो बाइबल के द्वारा ये सारे वचन आप लोग सुनना है, क्योंकि आपको पता लगना चाहिए क्यों हम तौबा कर रहे, तौबा करने के आवश्यकता क्या है। ਅਤੇ ਜ਼ਰੂਰ ਆਪਾਂ ਪੜ੍ਹ ਸਕਦੇ ਤਾਂ ਜ਼ਰੂਰ ਉਸ ਬਾਈਬਲ ਨੂੰ ਆਪਾਂ ਪੜ੍ਹੀਏ ਤੇ ਸਾਨੂੰ ਪਤਾ ਲੱਗੇ, ਤੇ ਜੇਕਰ ਅਸੀਂ ਨਹੀਂ ਪੜ੍ਹ ਸਕਦੇ ਤਾਂ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਆਡੀਓ ਬਾਈਬਲ ਚੱਲਦੀ ਹੈ ਕਿ ਜੋ ਬੋਲਣ ਵਾਲੀ ਬਾਈਬਲ ਦੇ ਦੁਆਰਾ ਜ਼ਰੂਰ ਤੁਸੀਂ ਇਸ ਨੂੰ ਸਿੱਖੋ ਅਤੇ ਸੁਣੋ, ਕਿਉਂਕਿ ਅਸੀਂ ਜਾਣਨਾ ਕਿ ਸਾਡੇ ਲਈ ਤੌਬਾ ਕੀ ਗੱਲ ਹੈ ਤੇ ਸਾਡੇ ਲਈ ਕੀ ਮਹੱਤਤਾ ਰੱਖਦੀ ਹੈ। हम इधर आपको तौबा करा रहे, बपतिस्म दे रहे, ये सब कुछ प्रभु के वचन के मुताबिक कर रहे, वचन के मुताबिक के बाहर हम कुछ भी नहीं करते हैं। ਅਤੇ ਜਿਹੜਾ ਤੁਹਾਨੂੰ ਅਸੀਂ ਇੱਥੇ ਤੌਬਾ ਕਰਵਾ ਰਹੇ ਹਾਂ, ਬਪਤਿਸਮਾ ਦੇ ਰਹੇ ਹਾਂ, ਤੇ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਹੀ ਇਹ ਸਭ ਕੁਝ ਹੁੰਦਾ ਹੈ, ਅਤੇ ਪਰਮੇਸ਼ਰ ਦੇ ਵਚਨ ਤੋਂ ਬਾਹਰ ਹੋ ਕੇ ਤੁਹਾਨੂੰ ਇੱਕ ਵੀ ਗੱਲ ਅਸੀਂ ਪਰਮੇਸ਼ਰ ਦੇ ਵਚਨਾਂ ਤੋਂ ਬਾਹਰ ਹੋ ਕੇ ਨਹੀਂ ਕਰਦੇ, ਸਭ ਪਰਮੇਸ਼ਰ ਦੇ ਵਚਨ ਅਤੇ ਉਹਦੇ ਵਚਨਾਂ ਦੇ ਮੁਤਾबिक ही ਹੁੰਦਾ है। ये हम वचन के अनुसार ये कार्य कर रहे हो, ये आप ही परखना, इसलिए बाइबल पढ़ना भी है। ਕੀ ਅਸੀਂ ਵਚਨ ਦੇ ਮੁਤਾबिक ਹੀ ਅਸੀਂ ਸਾਰਾ ਕੰਮ ਕਰਨੇ ਆ, ਤੁਹਾਨੂੰ ਵੀ ਇਸ ਗੱਲ ਦੀ ਨੌਲੇਜ ਹੈ, ਜਾਣਕਾਰੀ ਹੋਣੀ ਚਾਹੀਦੀ ਹੈ, ਇਸ ਕਰਕੇ ਤੁਸੀਂ ਬਾਈਬਲ ਦਾ ਅਧਿਐਨ ਜ਼ਰੂਰ ਕਰਨਾ ਹੈ। रोमियो को पत्री 6 का 23 हम पढ़ेंगे। ਰੋਮੀਓ ਦੀ ਕਿਤਾਬ ਉਹਦਾ 6 ਅਧਿਆਇ ਉਹਦਾ 23ਵਾਂ ਵਚਨ ਆਪਾਂ ਪੜਾਂਗੇ। क्योंकि पाप की मजदूरी तो मृत्यु है, परंतु परमेश्वर का वरदान हमारे प्रभु यीशु मसीह में अनंत जीवन है। आमेन। परमेश्वर के नाम की स्तुति को प्रभु के नाम दी आप उड़ाई लोग हुई। पूरा ध्यान से प्रार्थना के साथ बैठना, ये बात वचन आपको समझ आए। ਅਤੇ ਤੁਸੀਂ ਬੜੇ ਪ੍ਰਾਰਥਨਾ ਦੇ ਨਾਲ, ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਨੂੰ ਸੁਣਨਾ ਤੇ ਸਮਝਣਾ ਹੈ, ਤਾਂ ਕਿ ਇਹ ਗੱਲਾਂ ਨੂੰ ਤੁਸੀਂ ਬਹੁਤ ਹੀ ਬਰੀਕੀ ਨਾਲ ਸਮਝ ਸਕੋ। पाप का वेतन मृत्यु है, ਅਤੇ ਪਾਪ ਦੀ ਮਜ਼ਦੂਰੀ ਮੌਤ ਹੈ, लेकिन परमेश्वर के अनुग्रह प्रभु यीशु मसीह के द्वारा हमारा आनंद ਪਰ जीवन ਪ੍ਰਭੂ है। ਯੀਸ਼ੂ ਮਸੀਹ ਦੇ ਦੁਆਰਾ ਪਰਮੇਸ਼ਰ ਦਾ ਅਨੁਗ੍ਰਹ ਸਾਡੇ ਲਈ ਆਨੰਦ ਜ਼ਿੰਦਗੀ ਅਤੇ ਸਦੀਪਕ ਕਾਲ ਦੀ ਜ਼ਿੰਦਗੀ जब ਹੈ। आदम को परमेश्वर ने कहा था, जब तुमने आज्ञा तोड़ेगा तो पापी ठहरेगा, तेरी मृत्यु हो जाएगी। ਅਤੇ ਆਦਮ ਨੂੰ ਪਰਮੇਸ਼ਰ ਨੇ ਇਹ ਹੁਕਮ ਦਿੱਤਾ ਸੀ, ਇਸ ਤਰ੍ਹਾਂ ਆਖਿਆ ਸੀ ਕਿ ਜਦੋਂ ਹੀ ਤੂੰ ਮੇਰੇ ਹੁਕਮ ਦੀ ਉਲੰਘਣਾ ਕਰੇਗਾ, ਜਦੋਂ ਤੂੰ ਮੇਰੇ ਹੁਕਮ ਨੂੰ ਤੋੜ ਦੇਵੇਂਗਾ, ਉਸ ਵੇਲੇ ਤੇਰੀ ਮੌਤ ਹੋਊਗੀ। लेकिन हम देख सकते हैं उसके बाद भी 930 साल तक आदम जिंदा रहा। ਪਰ ਉਹ ਆਪਾਂ ਦੇਖ ਸਕਦੇ ਹਾਂ ਉਲੰਘਣਾ ਕਰਨ ਤੋਂ ਬਾਅਦ ਵੀ, ਪਾਪ ਵਿੱਚ ਡਿੱਗਣ ਤੋਂ ਬਾਅਦ ਵੀ ਜੋ ਆਦਮ ਸੀ 930 ਵਰੇ ਤੱਕ ਜਿਉਂਦਾ ਰਿਹਾ। ये कैसे है? ਇਹ ਕਿੱਦਾਂ ਹੋ ਗਿਆ? जिस दिन तुम मर जाएगी, परमेश्वर ने कहा था, जब फल खाया तुरंत आत्मीय मृत्यु आदम को हो चुका। ਅਤੇ ਪਰਮੇਸ਼ਰ ਨੇ ਉਹਨੂੰ ਆਗਿਆ ਦਿੱਤੀ ਸੀ ਕਿ ਜਿੱਦਣ ਤੂੰ ਇਹ ਫਲ ਨੂੰ ਖਾ ਲੇਗਾ ਉਦਣ ਹੀ ਤੂੰ ਮਰ ਜਾਏਗਾ। ਅਤੇ ਜਿਵੇਂ ਹੀ ਉਸਨੇ ਉਸ ਫਲ ਨੂੰ ਖਾਦਾ, ਉਸ ਆਗਿਆ ਦਾ ਉਲੰਘਣ ਕੀਤਾ, ਉਸੇ ਵੇਲੇ ਰੂਹਾਨੀ ਪੱਖੋਂ, ਆਤਮਿਕ ਪੱਖੋਂ ਉਹਦੀ ਮੌਤ ਹੋ ਚੁੱਕੀ ਸੀ। परमेश्वर जीवन के सोता है, ਪਰਮੇਸ਼ਰ ਜ਼ਿੰਦਗੀ ਦਾ ਸਰੋਤ ਹੈ। परमेश्वर से तू दूर हो गया, आदम का मृत्यु हो गई अतः आत्मीय रूप में। ਪਰਮੇਸ਼ਰ ਤੋਂ ਜਦੋਂ ਹੀ ਉਹ ਵੱਖਰਾ ਹੋਇਆ, ਉਸੇ ਵੇਲੇ ਹੀ ਰੂਹਾਨੀ ਪੱਖੋਂ, ਆਤਮਿਕ ਪੱਖੋਂ ਉਹਦੀ ਮੌਤ ਹੋ ਗਈ। तो उसके बाद भी दुनिया में जीवित रहा, ਪਰ ਉਸ ਤੋਂ ਬਾਅਦ ਵੀ ਸਰੀਰਕ ਪੱਖੋਂ ਉਹ ਜਿਉਂਦਾ ਰਿਹਾ ਧਰਤੀ ਤੇ। 3 तरीक़ा से सजा उस दिन मानव जाति को हो चुका। ਅਤੇ 3 ਤਰ੍ਹਾਂ ਦੀ ਸਜ਼ਾ ਉਸ ਦਿਨ ਮਨੁੱਖ ਕੌਮ ਨੂੰ ਮਿਲੀ ਹੈ। एक तो आत्मीय मृत्यु हो ਪਹਿਲੀ गई, ਤਾਂ ਰੂਹਾਨੀ ਮੌਤ ਹੋਈ ਹੈ। तीसरे ये दुनिया में जितनी दिन जीवित रहा, दुख, बीमारी, क्लेश, समस्या, मेहनत के बाद भी कमाई नहीं, टेंशन भरा हुआ जिंदगी, सब मिल
मिल गया ये दुनिया के जिंदगी में है। ਅਤੇ ਉਸ ਦਾ ਭਾਵ ਇਹੀ ਨਿਕਲਿਆ ਜਾਂ ਉਹਦਾ ਰਿਜ਼ਲਟ ਇਹੀ ਨਿਕਲਿਆ ਕਿ ਉਹਨੂੰ ਜਦੋਂ ਰੂਹਾਨੀ ਪੱਖੋਂ ਮਰਿਆ ਤਾਂ ਦੁੱਖ ਤਕਲੀਫ ਪਰੇਸ਼ਾਨੀਆਂ ਮੌਤ ਅਤੇ ਬਹੁਤ ਕੁਝ ਅਤੇ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਉਸ ਨੂੰ ਕੁਝ ਨਹੀਂ ਜੁੜਦਾ ਸੀ। ਇਸ ਤਰ੍ਹਾਂ ਦੀ ਦੁੱਖਾਂ ਦੀ ਭਰੀ ਜ਼ਿੰਦਗੀ ਉਹਨੂੰ ਮਿਲੀ ਹੈ। तीसरा उनको शारीरिक मृत्यु को भी वो बन चुका है। ਅਤੇ ਤੀਜੀ ਉਹਦੇ ਲਈ ਦੇਹਿਕ ਇੱਕ ਮੌਤ ਵੀ ਉਹਦੇ ਲਈ ਬਣ ਗਈ ਸੀ। उसके बाद मौत के बाद भी आत्मा नरक में चले ਅਤੇ जाएंगे। ਤੀਜੀ ਗੱਲ ਮਰਨ ਤੋਂ ਬਾਅਦ ਦੇਹ ਨੂੰ ਛੱਡਣ ਤੋਂ ਬਾਅਦ ਜਿਹੜੀ ਰੂਹ ਸੀਗੀ ਉਹ ਨਰਕ ਦੇ ਵਿੱਚ ਚਲੀ ਜਾਵੇਗੀ। आखिरी समय पर उसको न्याय भी चुका जाएगा। ਅਤੇ ਅਖੀਰੀ ਵੇਲੇ ਤੇ ਉਹ ਤੋਂ ਲੇਖਾ ਜੋਖਾ ਲਿਆ ਜਾਊਗਾ। इतनी कुछ जिस दिन परमेश्वर ने कहा था ये फल खाएगा तो तू मर जाएगा, इतनी एक लंबी सजा के प्रोस से इंसान चले जाते हैं। ਅਤੇ ਜਿੱਦ ਪਰਮੇਸ਼ਰ ਨੇ ਉਹਨੂੰ ਕਿਹਾ ਜਿੱਦਣ ਤੂੰ ਇਹ ਫਲ ਖਾ ਲੇਗਾ ਤਾਂ ਤੂੰ ਮਰ ਜਾਏਗਾ ਤੇ ਇੰਨੀ ਵੱਡੀ ਸਜ਼ਾ ਦੇ ਨੂੰ ਉਸਨੇ ਆਪਣੇ ਉੱਤੇ ਲੈ ਲਿਆ। ਇਹਨਾਂ ਚਾਰਾਂ ਗੱਲਾਂ ਨੂੰ ਉਸਨੇ ਆਪਣੇ ਉੱਤੇ ਲੈ ਲਿਆ ਜਿੱਦਣ ਹੀ ਉਸਨੇ ਫਲ ਨੂੰ ਖਾਦਾ ਸੀ। इससे बचाने के लिए परमेश्वर ने एक रास्ता बनाया, वो रास्ता है प्रभु यीशु मसीह। ਅਤੇ ਇਹਨਾਂ ਸਜ਼ਾਵਾਂ ਤੋਂ ਬਚਣ ਦੇ ਲਈ ਪਰਮੇਸ਼ਰ ਨੇ ਇੱਕ ਰਾਹ ਕੱਢਿਆ ਅਤੇ ਉਹੀ ਰਾਹ ਹੈ ਪ੍ਰਭੂ ਯੀਸ਼ੂ ਮਸੀਹ। प्रभु यीशु मसीह के द्वारा आनंद जीवन है। ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਸਦੀਪਕ ਕਾਲ ਦੀ ਜ਼ਿੰਦਗੀ ਹੈ। पाप का वेतन मृत्यु है, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ। लेकिन यीशु मसीह पर विश्वास करने वालों के लिए दोबारा आनंद जीवन मिल सकता ਪਰ है। ਜਿਹੜੇ ਯੀਸ਼ੂ ਮਸੀਹ ਦੇ ਉੱਤੇ ਭਰੋਸਾ ਰੱਖਦੇ ਨੇ ਉਹਨਾਂ ਨੂੰ ਦੁਬਾਰਾ ਸਦੀਪਕ ਕਾਲ ਦੀ ਜ਼ਿੰਦਗੀ ਮਿਲ ਸਕਦੀ ਹੈ। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। आप इस कलीसिया के अंदर नहीं तो कोई पास्टर कोई भी विश्वासी आपको वचन सुनाए थे जब आप बीमार थे परेशानी में थे, नहीं तो आप सच्चाई को ढूंढने वाला परमेश्वर को ढूंढने वाला कोई भी व्यक्ति हो, तब अब प्रभु की ओर से आपकी कदम आपने रखा था। ਅਤੇ ਇਸ ਸੰਗਤ ਦੇ ਦੁਆਰਾ ਜਾਂ ਕਿਸੇ ਪ੍ਰਭੂ ਦੇ ਦਾਸ ਦੇ ਦੁਆਰਾ ਜਾਂ ਵਿਸ਼ਵਾਸੀ ਦੇ ਦੁਆਰਾ ਤੁਸੀਂ ਪਰਮੇਸ਼ਰ ਦੇ ਬਾਰੇ ਸੁਣਿਆ ਜਾਂ ਤੁਸੀਂ ਸੱਚਮੁੱਚ ਸੱਚੇ ਪਰਮੇਸ਼ਰ ਨੂੰ ਭਾਲਦੇ ਸੀ ਤੇ ਕਿਸੇ ਨੇ ਆ ਕੇ ਤੁਹਾਨੂੰ ਉਸ ਜੀਵਨ ਦੇ ਅਤੇ ਸੱਚੇ ਪਰਮੇਸ਼ਰ ਦੇ ਬਾਰੇ ਦੱਸਿਆ ਤੇ ਤੁਸੀਂ ਫੇਰ ਉਸ ਨੂੰ ਲੱਭਦੇ ਲੱਭਦੇ ਇਸ ਥਾਂ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਹੋ। लेकिन उसके बाद आपने वचन सुनना है। ਪਰ ਉਸ ਤੋਂ ਬਾਅਦ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਹੈ। आप वचन के अनुसार आपका जीवन बदलना है। ਅਤੇ ਉਸ ਵਚਨ ਦੇ ਮੁਤਾਬਿਕ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵਟ ਆਉਣੀ ਲੋੜੀਦੀ ਹੈ। कभी भी बीमारी के कारण दुष्टात्मा के दबाव के कारण परिस्थिति के दबाव के कारण आप तौबा किया तो परमेश्वर की उपस्थिति में आपकी तौबा सही नहीं है। ਅਤੇ ਕਿਤੇ ਵੀ ਤੁਸੀਂ ਆਪਦੀ ਮੁਸ਼ਕਿਲ ਨੂੰ ਵੇਖਦੇ ਬਿਮਾਰੀ ਨੂੰ ਦੇਖਦੇ ਦੁੱਖ ਨੂੰ ਦੇਖਦੇ ਤਕਲੀਫਾਂ ਨੂੰ ਦੇਖਦੇ ਇਹਨਾਂ ਚੋਂ ਬਾਹਰ ਨਿਕਲਣ ਦੇ ਲਈ ਅਤੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਜੇ ਤੁਸੀਂ ਮਨ ਫਿਰਾਇਆ ਜਾਂ ਤੌਬਾ ਕੀਤੀ ਹੈ ਤਾਂ ਉਹ ਪਰਮੇਸ਼ਰ ਦੀ ਹਜ਼ੂਰੀ 'ਚ ਕਬੂਲੀ ਨਹੀਂ ਜਾਊਗੀ। लेकिन उसके द्वारा आप प्रभु को मिलने के लिए रास्ता खुल गया, लेकिन परमेश्वर कौन है उसके द्वारा कैसे आपके अनंत जीवन पा सकते हैं, आप उद्धार पा सकते हैं, आपको दोबारा उस एदन बाटी में खो गया जीवन वापस मिल सकता है, ये सब वचन के द्वारा आपने समझना है। ਅਤੇ ਤੁਸੀਂ ਇਸ ਦੇ ਦੁਆਰਾ ਉਹ ਜ਼ਰੂਰ ਤੁਹਾਡੀ ਮੁਸ਼ਕਿਲ ਤੁਹਾਡੀ ਪਰੇਸ਼ਾਨੀ ਤੁਹਾਡੀ ਬਿਮਾਰੀ ਤੁਹਾਡੇ ਰੋਗ ਤੁਹਾਡੇ ਲਈ ਪਰਮੇਸ਼ਰ ਨੂੰ ਮਿਲਣ ਦਾ ਇੱਕ ਕਾਰਨ ਬਣ ਗਏ ਨੇ। ਪਰ ਤੁਸੀਂ ਵਚਨ ਦੇ ਦੁਆਰਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਕਿ ਯਿਸੂ ਮਸੀਹ ਕੌਣ ਹੈ ਸਾਡੀ ਜ਼ਿੰਦਗੀ ਕਿਵੇਂ ਬਦਲ ਸਕਦੀ ਹੈ ਸਭ ਕੁਝ ਤੁਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ। वचन क्या कहते हैं? ਬਾਣੀ 'ਚ ਕੀ ਲਿਖਿਆ ਹੈ? आपकी जगह में आपके लिए प्रभु यीशु मसीह मौत प्राप्त किया है। ਅਤੇ ਜਿੱਥੇ ਤੁਸੀਂ ਮਰਨਾ ਸੀ ਉਹ ਤੁਹਾਡੀ ਥਾਂ ਦੇ ਉੱਤੇ ਉਸਨੇ ਆਪਣੇ ਤੁਹਾਡੀ ਮੌਤ ਨੂੰ ਆਪਣੇ ਉੱਤੇ ਲੈ ਲਿਆ ਹੈ। वचन कहते हैं ਬਾਣੀ 'ਚ ਲਿਖਿਆ ਹੈ खो गया मानव जाति को परमेश्वर ने प्रेम करके अपने एकलौता बेटे को दे दिया, उस पर विश्वास करने वालों को जो खो गया सब कुछ मिल सकते हैं। ਅਤੇ ਗਵਾਚ ਕੇ ਬੰਦੇ ਨੂੰ ਪਰਮੇਸ਼ਰ ਭਾਲਦਾ ਹੋਇਆ ਆਇਆ ਤੇ ਉਸ ਭਾਲਣ ਵਾਸਤੇ ਉਹ ਮਨੁੱਖ ਖੁਦ ਪਰਮੇਸ਼ਰ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਯਿਸੂ ਮਸੀਹ ਬਣ ਕੇ ਇਸ ਧਰਤੀ ਉੱਤੇ ਆਇਆ ਅਤੇ ਅੱਜ ਉਹਨਾਂ ਲੋਕਾਂ ਨੂੰ ਉਹ ਬਚਾਉਣਾ ਚਾਹੁੰਦਾ ਹੈ। उसके लिए आज कोई कर्म नहीं करना है, ਤੇ ਉਹਨੂੰ ਪ੍ਰਾਪਤ ਕਰਨ ਦੇ ਲਈ ਹੋਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਹੈ। कोई कर्म नहीं करना है, ਕੋਈ ਵੀ ਕਰਮ ਨਹੀਂ ਕਰਨਾ ਹੈ। सिर्फ वचन पर विश्वास करना ਸਿਰਫ है। ਪਰਮੇਸ਼ਰ ਦੇ ਵਚਨ ਤੇ ਭਰੋਸਾ ਰੱਖੋ। वचन क्या कहते हैं? ਵਚਨ 'ਚ ਕੀ ਲਿਖਿਆ ਹੈ? यीशु मसीह आपके लिए मर चुका है। ਯਿਸੂ ਤੁਹਾਡੀ ਖਾਤਰ ਮਰਿਆ ਹੈ। यीशु मसीह के द्वारा स्वर्ग के द्वार आपके लिए खुल चुका है। आप यीशु के बराबर आज स्वर्ग में आपको बैठा गया ਅਤੇ है। ਯਿਸੂ ਮਸੀਹ ਦੇ ਦੁਆਰਾ ਤੁਹਾਡੀ ਖਾਤਰ ਸਵਰਗ ਦੇ ਬੂਹੇ ਖੁੱਲ ਗਏ ਨੇ ਅਤੇ ਤੁਸੀਂ ਯਿਸੂ ਮਸੀਹ ਦੇ ਕੋਲ ਉਹਦੇ ਬਰਾਬਰ ਬੈਠੇ ਹੋ। जो वचन विश्वास करते हम दिल से विश्वास करते जो मुंह से अंगीकार करते
तब हम उद्धार पाएंगे। ਅਤੇ ਜਦੋਂ ਅਸੀਂ ਵਚਨ ਨੂੰ ਦਿਲੋਂ ਵਿਸ਼ਵਾਸ ਕਰ ਲੈਂਦੇ ਆ ਅਤੇ ਮੂੰਹ ਤੋਂ ਇਸ ਗੱਲ ਦਾ ਅੰਗੀਕਾਰ ਕਰ ਲੈਂਦੇ ਆ ਫਿਰ ਅਸੀਂ ਮੁਕਤੀ ਪਾ ਲਵਾਂਗੇ। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। तौबा क्या है? ਮਨ ਫਿਰਾਉਣਾ ਕੀ ਹੈ? पाप के बारे में हमें समझ मिल गई। ਅਤੇ ਸਾਨੂੰ ਪਾਪ ਦੇ ਵਿਸ਼ੇ ਸਮਝ ਮਿਲੀ हम परमेश्वर के सामने मान लिया मैं पापी ਤੇ है, ਪ੍ਰਭੂ ਦੇ ਸਾਹਮਣੇ ਅਸੀਂ ਮੰਨ ਲਿਆ ਕਿ ਹਾਂ ਮੈਂ ਪਾਪੀ ਹਾਂ। मुझको एक उद्धारकर्ता का जरूरत है। ਮੈਨੂੰ ਇੱਕ ਮੁਕਤੀਦਾਤੇ ਦੀ ਲੋੜ ਹੈ मैं उद्धार पाने वाले परमेश्वर को स्वीकार करने चाहते ਤੇ हैं। ਮੈਂ ਉਸ ਮੁਕਤੀਦਾਤਾ ਨੂੰ ਆਪਣੀ ਜ਼ਿੰਦਗੀ 'ਚ ਲੈਣਾ ਚਾਹੁੰਦਾ ਹਾਂ अपने जीवन यीशु को ओर से हम फिर जाता है, ਅਤੇ फिर ਮੈਂ जाता ਆਪਣੀ है। ਜ਼ਿੰਦਗੀ ਨੂੰ ਯੀਸ਼ੂ ਦੀ ਵੱਲ ਮੋੜਨਾ ਚਾਹੁੰਦਾ ਹਾਂ। इसको बोलते हैं मन फिराना। ਇਹਨੂੰ ਕਹਿੰਦੇ ਆ ਤੌਬਾ ਕਰਨਾ। तो मन फिराने की जरूरत क्यों? ਤਾਂ ਮਨ ਫਿਰਾਉਣ ਦੀ ਕੀ ਲੋੜ ਹੈ? क्योंकि हम सब पापी हैं। ਕਿਉਂਕਿ ਅਸੀਂ ਸਾਰੇ ਪਾਪੀ ਹਾਂ। एदन वाटिका से आदम का पीढ़ी होने के नाते हम सब पापी है। ਆਦਮ ਦੇ ਬਗੀਚੇ ਵਿੱਚ ਆਦਮ ਦੀ ਸੰਤਾਨ ਹੋਣ ਦੇ ਕਰਕੇ ਆਦਮ ਪਾਪੀ ਸੀ, ਇਸ ਕਰਕੇ ਉਹਦੀ ਔਲਾਦ ਹੋਣ ਦੇ ਕਰਕੇ ਉਹਦੀ ਪੀੜ੍ਹੀ ਦੇ ਵਿੱਚ ਹੋਣ ਕਰਕੇ ਅਸੀਂ ਸਾਰੇ ਮਨੁੱਖ ਕੌਮ ਪਾਪੀ ਹਾਂ। और इस मन फिराने के हमें जरूरत है। ਅਤੇ ਸਾਨੂੰ ਮਨ ਫਿਰਾਉਣ ਦੀ ਜਾਂ ਤੌਬਾ ਕਰਨ ਦੀ ਲੋੜ ਹੈ। तो इस मन फिराने के बाद मन फिराने की क्रिया कैसे हो सकता है हम पढ़ेंगे। रोमियो 10:13 पढ़े। ਅਤੇ ਮਨ ਫਿਰਾਉਣ ਦੀ ਪ੍ਰਕਿਰਿਆ ਕੀ ਹੁੰਦੀ ਹੈ ਕਿ ਉਹਦੇ ਵਿਸ਼ੇ ਆਪਾਂ ਪੜਾਂਗੇ। रोमियो ਦੀ ਪੱਤਰੀ 10 ਅਧਿਆਇ ਦਾ 13ਵਾਂ ਵਚਨ ਆਪਾਂ ਪੜਾਂਗੇ। क्योंकि जो कोई प्रभु का नाम लेगा वह उद्धार पाएगा। हाँ आगे। फिर जिस पर उन्होंने विश्वास नहीं किया वह उसका नाम कैसे लें? हाँ। जिसके विषय में सुना नहीं उस पर कैसे विश्वास करें? हाँ। और प्रचारक बिना कैसे सुने? हाँ। और यदि भेजे ना जाएं तो कैसे प्रचार करें? जैसे लिखा है उनके पाप क्या ही सुहावने हैं जो अच्छी बातों का सुसमाचार सुनाते हैं, परंतु सब ने उस सुसमाचार पर कान ना लगाया। यशायाह कहता है, हे प्रभु किसने हमारे समाचार पर विश्वास किया है? अत विश्वास सुनने से और सुनना मसीह के वचन विश्वास सुनने से, विश्वास सुनन दे नाल और सुनना मसीह के वचन से होता है। सुनना मसीह के वचन से है। ਅਤੇ ਸੁਣਨਾ ਜੋ ਹੈ ਮਸੀਹ ਦੇ ਵਚਨ ਦੇ ਦੁਆਰਾ ਹੁੰਦਾ ਹੈ। विश्वास सुनने से है। ਅਤੇ ਵਿਸ਼ਵਾਸ ਆ ਜਿਹੜਾ ਉਹ ਸਾਡੇ ਸੁਣਨ ਦੇ ਦੁਆਰਾ ਹੁੰਦਾ क्या ਹੈ। सुनना है? ਕੀ ਸੁਣਨਾ ਹੈ? परमेश्वर के वचन सुनना ਪ੍ਰਭੂ ਦੀ है। ਵਚਨ ਨੂੰ ਸੁਣਨਾ ਹੈ। वचन सुनकर आपके अंदर विश्वास, पवित्र आत्मा आपके अंदर उस वचन क्रियाशील हो जाते। आप खुद पवित्र आत्मा आपसे कहते हैं आप पापी है, आपके उद्धार की जरूरत है। ਅਤੇ ਵਚਨ ਨੂੰ ਸੁਣ ਕੇ ਉਸ ਪਵਿੱਤਰ ਆਤਮਾ ਤੁਹਾਡੇ ਅੰਦਰ ਜਿਹੜਾ ਉਹ ਵਚਨ ਜਾਂਦਾ ਹੈ ਉਹ ਤੁਹਾਡੇ ਅੰਦਰ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਪਰਮੇਸ਼ਰ ਦਾ ਰੂਹ ਤੁਹਾਨੂੰ ਇਹ ਗੱਲਾਂ ਨੂੰ ਸਿਖਾਉਂਦਾ ਹੈ, ਤੁਹਾਨੂੰ ਉਤੇਜਿਤ ਕਰਦਾ ਹੈ ਕਿ ਹਾਂ ਮੈਂ ਪਾਪੀ ਹਾਂ ਅਤੇ ਮੈਨੂੰ ਮਾਫੀ ਦੀ ਲੋੜ ਹੈ। जब कोई भी आपको वचन प्रचार करते ਜਦੋਂ हैं, ਕੋਈ ਵੀ ਤੁਹਾਨੂੰ ਵਚਨ ਦੀ ਉਪਦੇਸ਼ ਦਿੰਦਾ ਹੈ आप पापी है, ਤੁਸੀਂ ਪਾਪੀ ਹੋ, यीशु आपके लिए मर चुका ਯਿਸੂ था, ਤੁਹਾਡੀ ਖਾਤਰ ਮਰਿਆ ਏ, आप यीशु मसीह के कारण पाप से छुटकारा मिल सकते हैं। ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰੋਗੇ ਤਾਂ ਤੁਸੀਂ ਪਾਪਾਂ ਤੋਂ ਮਾਫੀ ਪਾ ਸਕਦੇ ਹੋ। उस वचन आपने विश्वास किया, ਤੁਸੀਂ ਉਹ ਵਚਨ ਦੇ ਉੱਤੇ ਵਿਸ਼ਵਾਸ ਕੀਤਾ क्योंकि वचन कहते हैं ਕਿਉਂਕਿ ਵਚਨ 'ਚ ਲਿਖਿਆ ਹੈ परमेश्वर के पास जो कोई आना है वो विश्वास करना है परमेश्वर है, उसको ढूंढने वाले को पूरा प्रतिफल मिल सकता है। ਕਿਉਂਕਿ ਜੋ ਕੋਈ ਵੀ ਪ੍ਰਭੂ ਦੇ ਕੋਲੇ ਆਉਂਦਾ ਉਹਨੇ ਇਹ ਵਿਸ਼ਵਾਸ ਕਰਨਾ ਕਿ ਹਾਂ ਇਹ ਪਰਮੇਸ਼ਰ ਜਿਉਂਦਾ ਪਰਮੇਸ਼ਰ ਹੈ ਤੇ ਜਿਹੜਾ ਉਹਨੂੰ ਭਾਲ ਕੇ ਆਉਂਦਾ ਹੈ ਉਹਨੂੰ ਪਰਮੇਸ਼ਰ ਮਿਲ ਵੀ ਜਾਂਦਾ ਹੈ। विश्वास, ਵਿਸ਼ਵਾਸ विश्वास वचन सुनने से है। ਤੇ ਜਿਹੜਾ ਵਿਸ਼ਵਾਸ ਆ ਉਹ ਵਚਨ ਨੂੰ ਸੁਣਨ ਦੇ ਦੁਆਰਾ ਆਉਂਦਾ ਹੈ। वचन है यीशु ही आपके उद्धार करता ਅਤੇ है। ਵਚਨ ਜਿਹੜਾ ਹੈ ਉਹ ਖੁਦ ਯਿਸੂ ਮਸੀਹ ਹੈ ਤੇ ਉਹ ਯਿਸੂ ਮਸੀਹ ਤੁਹਾਡਾ ਮੁਕਤੀਦਾਤਾ ਹੈ। यीशु के द्वारा आप पापों से छुटकारा मिल सकता है। ਯਿਸੂ ਦੇ ਦੁਆਰਾ ਤੁਹਾਨੂੰ ਪਾਪਾਂ ਦੀ ਮਾਫੀ ਮਿਲ ਸਕਦੀ ਹੈ। आपने वचन विश्वास किया, ਤੁਸੀਂ ਵਚਨ ਤੇ ਵਿਸ਼ਵਾਸ ਕੀਤਾ, आप अपने जीवन को परिवर्तन किया, ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਲਿਆ। पवित्र आत्मा के द्वारा परिवर्तन हो जाते हैं। ਪਵਿੱਤਰ ਆਤਮਾ ਦੇ ਦੁਆਰਾ ਪਾਖਰੂ ਦੇ ਦੁਆਰਾ ਪਰਿਵਰਤਨ ਹੁੰਦਾ, आप ਬਦਲਾਵਟ पापों को ਹੁੰਦੀ ਹੈ। छोड़ दिया, ਤੁਸੀਂ ਆਪਦੇ ਪਾਪ ਛੱਡਤੇ, आप परमेश्वर को मानने के लिए तैयार हो गया। ਤੁਸੀਂ ਪਰਮੇਸ਼ਰ ਨੂੰ ਮੰਨਣ ਵਾਸਤੇ ਤਿਆਰ ਹੋ ਗਏ। ये बिल्कुल एक इसी काम है। ਇਹ ਬਹੁਤ ਹੀ ਸੌਖਾ ਜਿਹਾ ਕੰਮ ਹੈ। क्या ये दिल से विश्वास करना, मुंह से अंगीकार करना यीशु ही प्रभु है। ਬਸ ਕੋਈ ਵੱਡਾ ਕੰਮ ਨਹੀਂ ਹੈ, ਬਸ ਇਹੀ ਹੈ ਕਿ ਦਿਲੋਂ ਅਸੀਂ ਵਿਸ਼ਵਾਸ ਕਰ ਲੈਣਾ ਅਤੇ ਮੂੰਹ ਦੇ ਵਿੱਚੋਂ ਇਹ ਅੰਗੀਕਾਰ ਕਰ ਲੈਣਾ ਕਿ ਹਾਂ ਯਿਸੂ ਮਸੀਹ ਹੀ ਪਰਮੇਸ਼ਵਰ ਹੈ। लेकिन उसके बाद हमारे जीवन में हमने करने वाला परिवर्तन एक बहुत बड़ी आत्मिक ऑपरेशन कर सकते हैं। ਪਰ ਉਸ ਤੋਂ ਬਾਅਦ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਵਾਲਾ ਬਹੁਤ ਵੱਡਾ ਇੱਕ ਬਦਲਾਵ, ਇੱਕ ਬਹੁਤ ਵੱਡਾ ਆਪਰੇਸ਼ਨ ਦੀ ਤਰ੍ਹਾਂ ਸਾਡੀ ਜ਼ਿੰਦਗੀ 'ਚ ਹੋ ਜਾਂਦਾ ਹੈ। उसके नंबर 1 है परमेश्वर से माफी मांगना ਅਤੇ है। ਸਭ ਤੋਂ ਪਹਿਲੀ ਗੱਲ ਉਹਦੀ ਇਹੀ ਹੈ ਕਿ ਪ੍ਰਭੂ ਤੋਂ ਅਸੀਂ ਮਾਫੀ ਮੰਗਣੀ ਹੈ। मैं और मेरे पुरखों ने
जो कुछ परमेश्वर के खिलाफ पाप किया वो सब मैं मानती हूँ, मैं पापी हूँ, मुझसे माफ करे, आपका मुझे जरूरत है। ਅਤੇ ਮੈਂ ਤੇ ਮੇਰੇ ਪੁਰਖਿਆਂ ਨੇ ਜਾਂ ਮੇਰੀ ਪੀੜ੍ਹੀਆਂ ਦੇ ਵਿੱਚ ਪਿਛਲੀ ਪੀੜ੍ਹੀਆਂ ਨੇ ਜੋ ਵੀ ਕੁਝ ਕੀਤਾਗਾ, ਜਿੰਨੇ ਵੀ ਪਾਪ ਮੈਂ ਕੀਤੇ, ਜਿੰਨੇ ਵੀ ਅਨਾਗਾਕਾਰੀਤਾ ਮੈਂ ਕੀਤੀ ਹੈ ਜਾਂ ਮੇਰੇ ਪੁਰਖਿਆਂ ਨੇ ਕੀਤੀ ਹੈ, ਜੋ ਗੱਲਾਂ ਅਸੀਂ ਪਰਮੇਸ਼ਰ ਦੇ ਵਿਰੋਧ ਚ ਕੀਤੀਆਂ, ਉਹਨਾਂ ਸਾਰੀਆਂ ਨੂੰ ਅਸੀਂ ਤੁਹਾਡੇ ਸਾਹਮਣੇ ਮੰਨ ਲੈਨੇ ਆ। कल भी पास्टर जी ने ये प्रचार करते, लगातार प्रचार कर रहे, परमेश्वर पवित्र आत्मा आपके दिल के दरवाजों पर खड़े खड़ा रहे, जो कोई खोलेगा मैं अंदर प्रवेश करके उनके साथ भोजन ਅਤੇ करेंगे। ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਅਸੀਂ ਕੱਲ ਤੱਕ ਅਸੀਂ ਪ੍ਰਭੂ ਦੇ ਦਾਸ ਦੇ ਮੁਖੋਂ ਇਹ ਵਚਨ ਸੁਣਿਆ ਏ ਕਿ ਪਵਿੱਤਰ ਆਤਮਾ ਸਾਡੇ ਦਿਲ ਦੇ ਬੂਹੇ ਨੂੰ ਖੜਕਾ ਰਿਹਾ ਏ ਅਤੇ ਕਹਿ ਰਿਹਾ ਕਿ ਜੋ ਕੋਈ ਮੇਰੇ ਆਵਾਜ਼ ਨੂੰ ਸੁਣ ਕੇ ਆਪਣਾ ਬੂਹਾ ਖੋਲ ਦੇਵੇਗਾ ਤਾਂ ਮੈਂ ਉਹਦੇ ਅੰਦਰ ਆ ਜਾਵਾਂਗਾ। तो उसके पगले क्या करना पड़ेगा? ਪਰ ਉਹ ਤੋਂ ਪਹਿਲਾਂ ਕੀ ਕਰਨਾ ਪਊਗਾ? माफी मांगना है। ਮਾਫੀ ਮੰਗਣੀ ਪਊਗੀ। आज तक आपके जीवन भर परमेश्वर के साथ पुराने हर एक पापों से माफी मांगना है बपतिस्म लेने के पगले। ਅਤੇ ਅੱਜ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਪੁਰਾਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਪਾਪ ਹੋਏ ਨੇ, ਜਿੰਨੀਆਂ ਵੀ ਗਲਤੀਆਂ ਗੁਨਾਹ ਹੋਏ ਨੇ, ਉਹਨਾਂ ਸਾਰਿਆਂ ਤੋਂ ਤੁਸੀਂ ਮਾਫੀ ਮੰਗਣੀ ਹੈ ਬਪਤਿਸਮਾ ਲੈਣ ਤੋਂ ਪਹਿਲਾਂ। और वो पुराना हर एक रास्ता को छोड़ना है। ਅਤੇ ਤੁਸੀਂ ਉਹ ਪੁਰਾਣੇ ਹਰ ਰਾਹ ਨੂੰ ਛੱਡ ਦੇਣਾ ਹੈ। हर एक रास्ता को छोड़ना है। परमेश्वर और आपके बीच में जो अधूरा था रास्ता, जो आपकी परमेश्वर से दूर किया, हर प्रकार की पाप से आप आज से अलग होना है। ਅਤੇ ਤੁਸੀਂ ਆਪਦੇ ਹਰ ਇੱਕ ਪੁਰਾਣੇ ਰਾਹ ਨੂੰ ਛੱਡ ਦੇਣਾ ਹੈ ਅਤੇ ਤੁਹਾਡੇ ਤੇ ਤੁਹਾਡੇ ਪਰਮੇਸ਼ਰ ਨੂੰ ਮਿਲਣ ਤੋਂ ਰੋਕਣ ਵਾਲਾ ਹਰ ਇੱਕ ਪਾਪ, ਹਰ ਗਲਤੀ, ਹਰ ਗੁਨਾਹ ਤੋਂ ਅੱਜ ਤੁਸੀਂ ਮਾਫੀ ਮੰਗ ਲੈਣੀ ਹੈ ਅਤੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਣਾ ਹੈ। और उसके बाद एक नई जीवन शुरू करना ਉਸ ਤੋਂ है। ਬਾਅਦ ਤੁਸੀਂ ਇੱਕ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ बिल्कुल ਹੈ। नई जीवन। ਬਿਲਕੁਲ ਨਵੀਂ ਜ਼ਿੰਦਗੀ। पुराने जीवन को हमेशा के लिए मैंने मार के मैं एक नई जीवन शुरू कर रही ਤੇ हूँ। ਪੁਰਾਣੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਖਤਮ ਕਰਕੇ ਇੱਕ ਨਵੀਂ ਜ਼ਿੰਦਗੀ ਨੂੰ ਅੱਜ ਮੈਂ ਸ਼ੁਰੂ ਕਰ ਰਿਹਾ। हो सकते आपके रीति रिवाज ਹੋ ਸਕਦਾ ਤੁਹਾਡੇ ਰੀਤੀ ਰਿਵਾਜ ਹੈ, हो सकते कोई भी गंदी आदत ਹੋ हो, ਸਕਦਾ ਕੋਈ ਵੀ ਪੁੱਠੀ ਭੈੜੀ ਆਦਤ ਹੈ। छोटी छोटी हर एक पापों को से आप अपने जीवन को परिवर्तन होके एक नई जीवन शुरू करना ਅਤੇ है। ਨਿੱਕੀ ਨਿੱਕੀ ਜ਼ਿੰਦਗੀ ਦੀ ਹਰ ਇੱਕ ਗਲਤੀਆਂ ਤੋਂ ਮਾਫੀ ਮੰਗ ਕੇ ਤੇ ਨਵੇਂ ਉਹਨਾਂ ਗੱਲਾਂ ਨੂੰ ਬਦਲ ਕੇ ਆਪਣੀ ਜ਼ਿੰਦਗੀ 'ਚੋਂ ਇੱਕ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ ਹੈ। पुराना जिंदगी को छोड़ना है। ਪੁਰਾਣੀ ਜ਼ਿੰਦਗੀ ਛੱਡ ਦੇਣੀ ਹੈ। परमेश्वर के नाम की स्तुति ਪ੍ਰਭੂ को। ਦੇ ਨਾਮ ਦੀ ਵਡਿਆਈ ਹੋਵੇ। और तभी हम प्रभु की ओर से एक धर्मी व्यक्ति बन जाते हैं। ਜਦੋਂ ਅਸੀਂ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰ ਲੈਂਦੇ ਹਾਂ, ਫਿਰ ਅਸੀਂ ਪਵਿੱਤਰ ਪਰਮੇਸ਼ਰ ਦੀਆਂ ਨਿਗਾਹਾਂ ਦੇ ਵਿੱਚ ਇੱਕ ਪਵਿੱਤਰ ਤੇ ਧਰਮੀ ਵਿਅਕਤੀ ਬਣ ਜਾਂਦੇ ਹਾਂ। विश्वास से हम धर्मी ठहरते ਤੇ हैं। ਵਿਸ਼ਵਾਸ ਦੇ ਦੁਆਰਾ ਅਸੀਂ ਧਰਮੀ ਹੁੰਨੇ ਆ। रोमियो 4 का 2 पढ़े। रोमियो ਦੇ ਖੱਤ ਦਾ 4 अध्याय 2 वचन ਨੂੰ ਆਪਾਂ ਪੜਾਂਗੇ। क्योंकि यदि अब्राहम कामों से धर्मी ठहराया जाता तो उसे घमंड करने की जगह होती, परंतु परमेश्वर के निकट नहीं। पवित्र शास्त्र क्या कहता है? यह है कि अब्राहम ने परमेश्वर पर विश्वास किया और यह उसके लिए धार्मिकता गिना गया। आमेन। हम परमेश्वर पर विश्वास किया, ਅਸੀਂ ਪ੍ਰਭੂ ਤੇ ਵਿਸ਼ਵਾਸ ਕੀਤਾ परमेश्वर ने हमें धर्मी ਤਾਂ ठहराया। ਪਰਮੇਸ਼ਰ ਨੇ ਸਾਨੂੰ ਧਰਮੀ ਠਹਿਰਾਇਆ। जब हम पापी था तब यीशु हमारे लिए मर चुका है। ਅਤੇ ਜਦੋਂ ਅਸੀਂ ਪਾਪ ਦੇ ਵਿੱਚ ਸੀ ਤਾਂ ਮਸੀਹ ਉਸ ਵੇਲੇ ਸਾਡੇ ਖਾਤਰ ਮਰਿਆ ਹੈ। दुनिया में जो जितनी लोग हैं यीशु मसीह को नहीं मानते, उन लोग भी यीशु मसीह की कुर्बानी के कारण परमेश्वर के साथ आज मेल मिलाप में वो सब यीशु के नाम से धर्मी है। ਅਤੇ ਜਿਹੜੇ ਲੋਕ ਯੀਸ਼ੂ ਮਸੀਹ ਨੂੰ ਨਹੀਂ ਮੰਨਦੇ, ਯੀਸ਼ੂ ਤੇ ਵਿਸ਼ਵਾਸ ਨਹੀਂ ਕਰਦੇ, ਪਰ ਯੀਸ਼ੂ ਮਸੀਹ ਦੇ ਬਹਾਏ ਹੋਏ ਲਹੂ ਦੇ ਕਰਕੇ ਤੇ ਉਹਦੀ ਧਾਰਮਿਕਤਾ ਦੇ ਕਰਕੇ, ਉਹਦੇ ਤੇ ਵਿਸ਼ਵਾਸ ਦੇ ਕਰਕੇ ਅੱਜ ਵੀ ਉਹ ਲੋਕ ਵੀ ਧਰਮੀ ਬਣ ਸਕਦੇ ਨੇ। तो लेकिन आज आप परमेश्वर के साथ एक नई जिंदगी बिता रहे हो, आप बिल्कुल यीशु मसीह के बराबर है स्वर्ग में। ਅਤੇ ਤੁਸੀਂ ਜੇਕਰ ਅੱਜ ਯੀਸ਼ੂ ਮਸੀਹ ਦੇ ਵਿਸ਼ਵਾਸ ਕਰਕੇ ਤੇ ਪਰਮੇਸ਼ਰ ਦੀ ਮਰਜ਼ੀ ਮੁਤਾਬਕ ਆਪਣੀ ਜ਼ਿੰਦਗੀ ਬਿਤਾ ਰਹੇ ਹੋ ਤਾਂ ਤੁਸੀਂ ਸਵਰਗ ਦੇ ਵਿੱਚ ਯੀਸ਼ੂ ਦੇ ਬਰਾਬਰ ਹੋ ਜਾਂਦੇ ਹੋ। मन फिराने के बाद विश्वास के साथ हम प्रभु के साथ चलने शुरू करते, हमारा जो पुराने इंसान को मर गया, गाड़ा गया, एक नई जीवन शुरू होते हैं। हम तब परमेश्वर के धार्मिकता में चलने शुरू होती ਅਤੇ है। ਤੌਬਾ ਕਰਨ ਤੋਂ ਬਾਅਦ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਪਾ ਲੈਂਦੇ ਆ, ਆਪਦੀ ਪੁਰਾਣੀ ਜ਼ਿੰਦਗੀ ਦੇ ਵਿੱਚ ਅਸੀਂ ਮਰ ਜਾਂਦੇ ਆ, ਦਫਨਾਏ ਜਾਂਦੇ ਆ, ਇੱਕ ਨਵੀਂ ਜ਼ਿੰਦਗੀ ਦੇ ਨਾਲ ਪਰਮੇਸ਼ਰ ਦੇ ਨਾਲ ਅਸੀਂ ਜਿਉਂਦੇ ਹੋ ਜਾਂਦੇ ਆ, ਫਿਰ ਅਸੀਂ ਧਰਮੀ ਬਣਦੇ ਆ। तो परमेश्वर आपको और हमको ऐसे देखते हैं, हमने कभी कोई पाप नहीं किया। ਤੇ ਪਰਮੇਸ਼ਰ ਸਾਨੂੰ ਤੇ ਮੈਨੂੰ ਤੇ ਤੁਹਾਨੂੰ ਇਸ ਤਰ੍ਹਾਂ ਵੇਖਦਾ ਹੈ ਕਿ ਅਸੀਂ ਕੋਈ ਪਾਪ ਨਹੀਂ ਕੀਤਾ। पढ़ेंगे रोमियो को पत्र 5 के 1 पढ़े। अतः जब हम मसीह में धर्मी ठहरे तो अपने प्रभु यीशु मसीह के द्वारा परमेश्वर के साथ मेल रखें। आमेन। परमेश्वर के साथ
एक शांति के वाचा बन ਤੇ गया। ਪਰਮੇਸ਼ਰ ਦੇ ਨਾਲ ਇੱਕ ਤਸੱਲੀ ਦੀ ਇੱਕ ਵਾਚਾ ਅਸੀਂ ਬਣ एदन गए। वाटिका में आदम और परमेश्वर के साथ जो दोस्ती, वो दोस्ती आज हमें मिल चुका है। यीशु की कुर्बानी पर हम विश्वास करते, अपने जीवन नई इस तरीके से हम शुरू करते। ਤੇ ਅਦਨ ਦੇ ਬਗੀਚੇ ਵਿੱਚ ਪਰਮੇਸ਼ਰ ਦੀ ਤੇ ਆਦਮ ਦੀ ਜਿਹੜੀ ਸੰਗਤੀ ਸੀ, ਜਿਹੜੀ ਇੱਕ ਰਿਸ਼ਤਾ ਸੀਗਾ, ਉਹ ਯੀਸ਼ੂ ਮਸੀਹ ਦੇ ਦੁਆਰਾ ਸਾਨੂੰ ਅਤੇ ਮੈਨੂੰ ਤੁਹਾਨੂੰ ਮਿਲ ਚੁੱਕਿਆ ਹੈ। ਜਦੋਂ ਆਪਾਂ ਉਹਦੇ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਉਹਦੇ ਨਾਲ ਮੇਲ ਮਿਲਾਪ 'ਚ ਰਹਿ ਸਕਦੇ ਹਾਂ। आदम पाप करने के बाद परमेश्वर के साथ साथ चलते थे। ਆਦਮ ਪਾਪ ਕਰਨ ਤੋਂ ਬਾਅਦ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ। परमेश्वर आदम का दोस्ती थे। ਪਰਮੇਸ਼ਰ ਤੇ ਆਦਮ ਦਾ ਇੱਕ ਮਿੱਤਰਤਾ ਸੀਗੀ। वो दोस्ती आपको आज मिल चुका है। ਤੇ ਉਹ ਮਿੱਤਰਤਾ ਤੁਹਾਨੂੰ ਵੀ ਅੱਜ ਮਿਲੀ ਹੋਈ ਹੈ। आप बिल्कुल धर्मी बन चुका है। ਤੁਸੀਂ ਬਿਲकुल ਧਰਮੀ ਬਣ ਚੁੱਕੇ ਹੋ। पुराने सारे बातों को हमेशा के लिए परमेश्वर ने भूल चुका है। ਤੇ ਪੁਰਾਣੀਆਂ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਪਰਮੇਸ਼ਰ ਸਦਾ ਵਾਸਤੇ ਭੁੱਲ ਗਿਆ। आप आज परमेश्वर की संतान है। ਅੱਜ ਤੁਸੀਂ ਪਰਮੇਸ਼ਰ ਦੀ ਔਲਾਦ ਹੋ। परमेश्वर के धार्मिकता के वस्त्र आपके पहनाया ਤੇ हुआ है। ਪਰਮੇਸ਼ਰ ਦੀ ਧਾਰਮਿਕਤਾ ਦੇ ਲਿਵਾਜ ਤੁਹਾਨੂੰ ਪਹਿਨਾਏ ਹੋਏ ਨੇ। शैतान उस पर दोष नहीं लगा सकते शैतान हैं, ਉਹਦੇ ਤੇ ਕੋਈ ਦੋਸ਼ ਨਹੀਂ ਲਾ क्योंकि ਸਕਦਾ, यीशु के पवित्र लहू से आपको शुद्ध कर चुका है। ਕਿਉਂਕਿ ਯੀਸ਼ੂ ਦੇ ਪਵਿੱਤਰ ਲਹੂ ਦੇ ਨਾਲ ਤੁਸੀਂ ਅਸ਼ੁੱਧ ਹੋ ਚੁੱਕੇ ਹੋ। ये सब विश्वास है। ਇਹ ਸਾਰਾ ਵਿਸ਼ਵਾਸ ਦੇ ਨਾਲ ਹੈ। विश्वास से आपको धर्म में टकराया है। ਵਿਸ਼ਵਾਸ ਦੇ ਦੁਆਰਾ ਤੁਸੀਂ ਧਰਮੀ ਬਣ ਚੁੱਕੇ ਹੋ। पढ़ेंगे 5 का 8 पढ़े। परंतु परमेश्वर हम पर अपने प्रेम की भलाई इस रीति से प्रकट करता है कि जब हम पापी ही थे तब मसीह हमारे लिए मरा। आमेन। आगे 9। अतः जबकि हम अब उसके लहू के कारण धर्मी ठहरे तो उसके द्वारा परमेश्वर के क्रोध से क्यों ना बचेंगे, क्योंकि वैरी होने की दशा में उसके पुत्र की मृत्यु के द्वारा हमारा मेल परमेश्वर के साथ हुआ, तो फिर मेल हो जाने पर उसके जीवन के कारण हम उद्धार क्यों ना पाएंगे। 10 केवल ये इस तरह पापों से जो मन फिरा के उद्धार पाके धर्म में टहर कर स्वभाव बदल कर नई जिंदगी शुरू होते उस व्यक्ति बपतिस्म लेते हैं। ਅਤੇ ਇਸ ਤਰ੍ਹਾਂ ਪਾਪਾਂ ਤੋਂ ਮਾਫੀ ਮੰਗ ਕੇ ਅਤੇ ਆਪਦੀ ਜ਼ਿੰਦਗੀ ਦੀ ਗਲਤੀਆਂ ਨੂੰ ਹਮੇਸ਼ਾ ਦੇ ਲਈ ਛੱਡ ਕੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਕੇ ਅਤੇ ਇੱਕ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਕੇ ਅਤੇ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਬਿਲਕੁਲ ਪਵਿੱਤਰ ਤੇ ਸਾਫ਼ ਬਣ ਜਾਂਦੇ ਨੇ, ਉਹ ਲੋਕ ਬਪਤਿਸਮਾ ਲੈ ਸਕਦੇ ਨੇ। विश्वास से परमेश्वर के पास आ गए, ਵਿਸ਼ਵਾਸ ਕੀਤਾ, ਪ੍ਰਭੂ ਦੇ ਕੋਲ ਆ ਗਏ, वचन सुन के ਵਚਨ ਨੂੰ ਸੁਣਿਆ, प्रभु यीशु मसीह को स्वीकार किया, ਪ੍ਰਭੂ ਯੀਸ਼ੂ ਮਸੀਹ ਨੂੰ ਆਪਦੀ ਜ਼ਿੰਦਗੀ 'ਚ ਪ੍ਰਾਪਤ अपने ਕੀਤਾ, जीवन के परिवर्तन किया, ਆਪਦੀ ਜ਼ਿੰਦਗੀ ਨੂੰ ਬਦਲਿਆ, नई जिंदगी शुरू हो ਇੱਕ गई, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ परमेश्वर के साथ धार्मिकता में बराबर हो गए। ਅਤੇ ਪਰਮੇਸ਼ਰ ਦੇ ਨਾਲ ਧਾਰਮਿਕਤਾ ਦੇ ਵਿੱਚ ਬਰਾਬਰੀ ਤੇ ਆ ਗਏ, उस व्यक्ति बपतिस्म लेते हैं। ਤਾਂ ਉਹ ਬੰਦਾ ਬਪਤਿਸਮਾ ਲੈ ਸਕਦਾ ਹੈ। उसका बिना बपतिस्म लेने के लिए, देने के लिए बाइबल में आज्ञा नहीं है। ਤੇ ਉਹਦੇ ਤੋਂ ਬਿਨਾ ਬਾਈਬਲ ਦੇ ਵਿੱਚ ਆਗਿਆ ਨਹੀਂ, ਨਾ ਹੀ ਤਾਂ ਆਪਾਂ ਬਪਤਿਸਮਾ ਲੈ ਸਕਦੇ ਜੇ ਉਹਦੇ ਵਿਰੋਧ ਦੇ ਵਿੱਚ ਆ, ਨਾ ਹੀ ਦੇ ਸਕਦੇ ਆ। मसीह की जीवन की उस नई आनंद और खुशियों में हम रहना है। ਤੇ ਮਸੀਹੀ ਜ਼ਿੰਦਗੀ ਦੇ ਉਸ ਨਵੇਂ ਆਨੰਦ ਤੇ ਖੁਸ਼ੀਆਂ ਦੇ ਵਿੱਚ ਆਪਾਂ ਬਣੇ ਰਹਿਣਾ ਹੈ। कौन है जो मन फिर आया, स्वभाव बदल गया, मसीह में चलते एक व्यक्ति दुनियादारी बातों से अलग रहना है। ਅਗੇ ਉਹ ਕੌਣ ਹੈ ਜਿਹਨੇ ਆਪਣਾ ਮਨ ਫਿਰਾ ਲਿਆ, ਤੌਬਾ ਕਰ ਲਈ, ਸੁਭਾਅ ਬਦਲਿਆ, ਆਪਣੀ ਜ਼ਿੰਦਗੀ ਨੂੰ ਬਦਲ ਲਿਆ ਅਤੇ ਹੁਣ ਉਹ ਦੁਨੀਆਦਾਰੀ ਤੋਂ ਵੱਖਰਾ ਹੋ ਕੇ, ਦੁਨੀਆਦਾਰੀ ਦੇ ਹਰ ਗੱਲਾਂ ਤੋਂ ਵੱਖਰਾ ਹੋ ਕੇ ਮਸੀਹ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਚੱਲਦਾ ਹੈ। मैंने बपतिस्म लेने के बाद का बात नहीं कर रही हूँ, ਬਪਤਿਸਮਾ ਲੈਣ ਤੋਂ ਬਾਅਦ ਦੀ ਗੱਲ ਨਹੀਂ ਕਰ ਰਹੇ, बपतिस्म की पगले की बात कर रही ਇਹ हूँ। ਬਪਤਿਸਮਾ ਲੈਣ ਤੋਂ ਪਹਿਲਾਂ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ। हर एक दुनियादारी पाप से, दुनियादारी खुशियों से आपने अलग रखा हुआ लोग इधर ही बैठना है। ਅਤੇ ਹਰ ਤਰ੍ਹਾਂ ਦੀ ਦੁਨੀਆਦਾਰੀ ਦੇ ਪਾਪ ਤੋਂ ਅਤੇ ਹਰ ਤਰ੍ਹਾਂ ਦੀ ਗਲਤੀ ਤੋਂ ਤੁਸੀਂ ਵੱਖਰੇ ਹੋ ਕੇ ਫਿਰ ਇੱਥੇ ਬੈਠਣਾ ਹੈ। और हर एक बाइबल के से अलग होके गलत उपदेशों से भी आप दूर रहना ਅਤੇ है। ਬਾਈਬਲ ਦੇ ਵਿੱਚੋਂ ਵੱਖਰੇ ਵੱਖਰੇ ਉਪਦੇਸ਼ ਅਤੇ ਪੁੱਠੇ ਉਪਦੇਸ਼ ਦੇਣ ਵਾਲੇ ਲੋਕਾਂ ਤੋਂ ਵੀ, ਹਰ ਪੁੱਠੇ ਉਪਦੇਸ਼ਾਂ ਤੋਂ ਵੀ ਤੁਸੀਂ ਅੱਡ ਰਹਿਣਾ ਹੈ। पंजाब में बहुत सारे गलत उपदेश चलते हैं। ਪੰਜਾਬ ਦੇ ਵਿੱਚ ਬਹੁਤ ਸਾਰੇ ਜੋ ਪੁੱਠੇ ਉਪਦੇਸ਼ ਦਿੱਤੇ ਜਾਂਦੇ ਆ। अभी हमारे पास टाइम नहीं है, आपको ये सारे बात हम सिखा सकते हैं।
आपने कोई भी व्यक्ति हम जो सिखाते उसके आगे आपको कुछ भी आपको सिखाएगा तो आप इस बातों में नहीं आना। अब बाइबल खोल कर पढ़ना और हमसे आपने पूछना है मसीह के जीवन के उपदेश के बारे में। ਅਤੇ ਜ਼ਿੰਦਗੀ ਬਠਿੰਡੇ ਦੇ ਵਿੱਚ ਬਹੁਤ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਲਤ ਸਿੱਖਿਆ ਦੇਣ ਵਾਲੇ ਲੋਕ ਆ। ਸਾਡੇ ਕੋਲ ਵੇਲਾ ਨਹੀਂ ਹੈ ਤਾਂ ਕਰਕੇ ਅਸੀਂ ਸਿਖਾ ਨਹੀਂ ਰਹੇ ਹਾਂ, ਪਰ ਤੁਸੀਂ ਜਦੋਂ ਪ੍ਰਭੂ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਹੋ ਤਾਂ ਜੋ ਤੁਹਾਨੂੰ ਇੱਥੇ ਸਿਖਾਇਆ ਜਾਂਦਾ ਹੈ, ਇੱਥੋਂ ਦੀ ਸਿੱਖਿਆ ਤੋਂ ਵਿਰੋਧ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਿਖਾਉਂਦਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ। ਬਾਈਬਲ ਦੇ ਵਿੱਚੋਂ ਦੇਖ ਸਕਦੇ ਹੋ ਕਿ ਬਾਈਬਲ ਦੇ ਵਿੱਚ ਕਿਸ ਤਰੀਕੇ ਨਾਲ ਲਿਖਿਆ ਹੋਇਆ ਹੈ, ਅਤੇ ਕਿਉਂਕਿ ਇੱਥੇ ਜੋ ਵੀ ਸਿਖਾਇਆ ਜਾਂਦਾ ਉਹ ਬਾਈਬਲ ਦੇ ਮੁਤਾਬਿਕ ਹੁੰਦਾ ਹੈ। ਜੇਕਰ ਤੁਹਾਨੂੰ ਕੋਈ ਵੀ ਸ਼ੱਕ ਹੈ, ਕੋਈ ਵੀ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਉਹਦੇ ਲਈ ਅਸੀਂ ਤੁਹਾਡੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਹਾਂ ਤਾਂ ਕਿ ਤੁਸੀਂ ਮਸੀਹ ਦੇ ਵਿੱਚ ਸਹੀ ਤਰੀਕੇ ਨਾਲ ਹਰ ਤਰ੍ਹਾਂ ਦੀ ਪੁੱਠੀ ਸਿੱਖਿਆ ਤੋਂ ਬਚ ਕੇ ਪ੍ਰਭੂ ਦੇ ਵਿੱਚ ਅੱਗੇ ਵਧਦੇ ਜਾਓ। परमेश्वर के नाम की स्तुति को। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। और अब भी हम सोचने जा रहे बपतिस्मा क्या है। ਤੇ ਹੁਣ ਆਪਾਂ ਇਸ ਗੱਲ ਬਾਰੇ ਵਿਚਾਰ ਕਰਾਂਗੇ ਬਪਤਿਸਮਾ ਹੈ ਕੀ ਚੀਜ਼। उसके पहले आप लोगों ने समझना है कलीसिया क्या है। ਉਸ ਤੋਂ ਪਹਿਲਾਂ ਤੁਸੀਂ ਸਮਝਣਾ ਕਿ ਸੰਗਤ ਕੀ ਹੈ। लोग कलीसिया या चर्च को मानते हैं बड़ा बिल्डिंग को। ਲੋਕ ਕਹਿੰਦੇ ਸੰਗਤ ਜਾਂ ਫਿਰ ਚਰਚ ਦਾ ਭਾਵ ਲੋਕਾਂ ਦੇ ਦਿਮਾਗ 'ਚ ਇਹੀ ਹੈ ਕਿ ਕੋਈ ਬਹੁਤ ਵੱਡੀ ਇੱਕ ਬਿਲਡਿੰਗ ਇਮਾਰਤ ਬਣੀ ਹੋਊਗੀ। अभी नियम बन रहे हर एक घर में चर्च चलाने वाले को बंद कर दो। ਅਤੇ ਹੁਣ ਇਹ ਨਿਯਮ ਵੀ ਬਣ ਰਹੇ ਨੇ ਕਿ ਘਰਾਂ ਦੇ ਵਿੱਚ ਚਰਚ ਜਿਹੜੇ ਖੋਲ ਰੱਖੇ ਉਹ ਸਾਰੇ ਬੰਦ ਕਰੋ। बड़ा बिल्डिंग है वो चर्च चला सकते ਅਤੇ ਜਿਹਦੇ ਕੋਲੇ ਵੱਡੀ ਇਮਾਰਤ ਹੈ ਸਿਰਫ ਉਹੀ ਚਰਚ ਚਲਾਉਣਗੇ। लेकिन चर्च क्या है। ਪਰ ਚਰਚ ਹੈ ਕੀ। चर्च कोई बिल्डिंग नहीं ਉਹ है। ਸੰਗਤ ਕੋਈ ਇਮਾਰਤ ਨਹੀਂ ਹੈ। चर्च क्या है। ਸੰਗत ਕੀ ਹੈ। एक खास उद्देश्य के साथ बुलाए लोगों का समाज को चर्च कहलाते हैं। ਅਤੇ ਇੱਕ ਵੱਖਰੇ ਅਤੇ ਬਹੁਤ ਹੀ ਵਿਸ਼ੇਸ਼ ਅਤੇ ਮਕਸਦ ਵਾਸਤੇ ਸੱਦੇ ਗਏ ਲੋਕਾਂ ਦੇ ਇੱਕ ਝੁੰਡ ਨੂੰ ਉਹਨਾਂ ਦੇ ਸਮੂਹ ਨੂੰ ਕਿਹਾ ਜਾਂਦਾ ਸੰਗਤ ਜਾਂ ਵਿਸ਼ਵਾਸ ਸੰਗਤ। बिल्डिंग नहीं चर्च। ਉਹ ਇਮਾਰਤ ਚਰਚ ਨਹੀਂ ਹੈ। आप चर्च हो। ਤੁਸੀਂ ਹੋ ਚਰਚ। हम सब चर्च है। ਅਸੀਂ ਸਾਰੇ ਸੰਗਤ ਹਾਂ। हम परमेश्वर की कलीसिया है। ਅਸੀਂ ਪ੍ਰਭੂ ਦੀ ਸੰਗत ਹਾਂ। आज जब बपतिस्म लेते हो आप कलीसिया का एक पक्का मेंबर बन ਅਤੇ जाते ਅੱਜ हैं। ਜਿਹੜੇ ਲੋਕ ਬਪਤਿਸਮਾ ਲੈਣ ਜਾ ਰਹੇ ਨੇ ਤੁਸੀਂ ਪਰਮੇਸ਼ਰ ਦੀ ਸੰਗਤ ਦੇ ਇੱਕ ਪੱਕੇ ਹਿੱਸੇਦਾਰ ਬਣਨ ਜਾ ਰਹੇ ਹੋ। अब यीशु के साथ जुड़ रहे हैं। ਤੁਸੀਂ ਯੀਸ਼ੂ ਦੇ ਨਾਲ ਇੱਕ ਹੋ ਰਹੇ ਹੋ। यीशु सिर ਯੀਸ਼ੂ ਸਿਰ ਹੈ कलीसिया उसकी देह है। ਅਤੇ ਸੰਗਤ ਉਹਦੀ ਦੇਹ ਹੈ। वो सिर और उस देह के साथ जुड़ रहे हैं। ਉਹ ਸਿਰ ਅਤੇ ਹੁਣ ਉਹ ਸਰੀਰ ਦੋਵੇਂ ਆਪਸ ਵਿੱਚ ਮਿਲਣ ਜਾ ਰਹੇ ਨੇ। ये बपतिस्म में हो जाते हैं। ਇਹੀ ਬਪਤਿਸਮੇ ਦੇ ਵਿੱਚ ਹੁੰਦਾ ਹੈ। आप आज परमेश्वर प्रभु यीशु मसीह के साथ जुड़ रहे हैं। ਅਤੇ ਅੱਜ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਜੁੜਨ ਜਾ ਰਹੇ ਹੋ। कलीसिया यीशु के साथ जुड़ रहे हैं। ਸੰਗਤ ਹੈ ਜਿਹੜੀ ਉਹ ਯੀਸ਼ੂ ਦੇ ਨਾਲ ਜੁੜਨ ਜਾ ਰਹੀ ਹੈ। सोना नहीं इधर ध्यान दे। परमेश्वर के नाम की स्तुति ਪ੍ਰਭੂ हो। ਦੇ ਨਾਮ ਦੀ ਵਡਿਆਈ ਹੋਵੇ। आज आप परमेश्वर की महान आज्ञा मानने जा रहे हैं। ਅੱਜ ਤੁਸੀਂ ਪਰਮੇਸ਼ਰ ਦੀ ਸਭ ਤੋਂ ਵੱਡੀ ਆਗਿਆ ਨੂੰ ਦਾ ਪਾਲਨ ਕਰਨ ਜਾ ਰਹੇ ਹੋ। बाइबल की महान आज्ञा को आप पालन करने जा ਤੇ रहे हैं। ਬਾਈਬਲ ਦੀ ਸਭ ਤੋਂ ਵੱਡੀ ਆਗਿਆ ਦੀ ਤੁਸੀਂ ਪਾਲਣਾ ਕਰਨ ਚੱਲੇ ਹੋ। मत्ती के सुसमाचार 28 का 19 पढ़ेंगे। इसलिए तुम जाओ और सब जातियों के लोगों को चेला बनाओ और उन्हें पिता और पुत्र और पवित्र आत्मा के नाम से बपतिस्मा दो और उन्हें सब बातें जो मैंने तुम्हें आज्ञा दी है मानना सिखाओ और देखो मैं जगत के अंत तक सदा तुम्हारे संग हूँ। ये यीशु ने कहा था। यीशु ने आख्या सी। यीशु ने चेलों से दिया हुआ महान आज्ञा है ये। ਅਤੇ ਯੀਸ਼ੂ ਨੇ ਉਹਦੇ ਸ਼ਾਗਿਰਦਾਂ ਨੂੰ ਦਿੱਤੀ ਸਭ ਤੋਂ ਵੱਡੀ ਆਗਿਆ ਇਹੀ ਹੈ। तुम जाओ ਇਸ ਲਈ ਤੁਸੀਂ ਜਾਓ प्रचार करो। ਜਾਤੀਆਂ 'ਚ ਜਾ ਕੇ ਪ੍ਰਚਾਰ जो ਕਰੋ। विश्वास करते ਜਿਹੜਾ ਵੀ ਭਰੋਸਾ ਰੱਖਦਾ ਹੈ उसको ਉਹਨਾਂ ਨੂੰ पिता ਬਾਪ पुत्र ਬੇਟਾ पवित्र आत्मा के नाम से ਪਾਕਰੂ ਦੇ ਨਾਂ 'ਚ बपतिस्म लेके ਬਪਤਿਸਮਾ ਦੇ ਕੇ मेरे चेले बनाओ। ਮੇਰੇ ਸ਼ਾਗਿਰਦ ਬਣਾਓ। प्रचार करना, उपदेश देना, प्रचार सुनना, उपदेश सुनना, विश्वास करना, भरोसा रखना उन लोगों को ਉਹਨਾਂ ਲੋਕਾਂ ਨੂੰ पिता बाप पुत्र बेटा पवित्र आत्मा के पाकरू नाम देना। से बपतिस्म देना है। पाकरू ਦੇ ਨਾਂ 'ਚ ਬਪਤਿਸਮਾ ਦੇਣਾ ਹੈ। ये यीशु ने कहा था। यीशु ने आप आख्या सी। इसलिए हमारा कलीसिया का नियम है पिता पुत्र पवित्र आत्मा नाम से बपतिस्म देते हैं। ਇਸ ਕਰਕੇ ਸਾਡੀ ਸੰਗਤ ਦਾ ਇਹ ਨੇਮ ਹੈ ਕਿ ਸਿਰਫ ਬਾਪ ਬੇਟਾ ਤੇ ਪਾਕਰੂ ਦੇ ਨਾਮ 'ਚ ਹੀ ਬਪਤਿਸਮਾ ਦਿੱਤੇ ਹੋਏ ਲੋਕਾਂ ਨੂੰ ਦਿੱਤਾ ਜਾਂਦਾ ਹੈ ਤੇ ਉਹਨਾਂ ਲੋਕਾਂ ਦਾ ਬਪਤਿਸਮਾ ਹੀ ਸਹੀ ਬਪਤਿਸਮਾ ਮੰਨਿਆ ਜਾਂਦਾ ਹੈ। क्योंकि वचन ये कहते हैं ਬਾਈਬਲ ਦੇ ਵਿੱਚ ਇਹ ਗੱਲ ਲਿਖੀ ਹੈ। हमारा कलीसिया का फुल गॉस्पेल चर्च है। ਅਤੇ ਸਾਡੀ ਸੰਗਤ ਦਾ ਜਿਹੜਾ ਮੇਨ ਗੱਲ ਹੈ ਕਿ ਉਹ ਪੂਰਾ ਸੁਸਮਾਚਾਰ ਨੂੰ ਮੰਨਣ ਵਾਲੇ ਹੈ। वचन जो कहते हैं वो उस पर हम चलना है। ਤੇ ਬਾਣੀ ਦੇ ਵਿੱਚ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਸਾਰੀ ਗੱਲ ਦੇ ਮੁਤਾਬਿਕ ਹੀ ਅਸੀਂ ਚੱਲਣਾ ਹੈ। हम पढ़ेंगे मरकुस 16 का 16 पढ़े। ਮਰਕੁਸ ਦੀ ਅੰਜੀਲ ਉਹਦਾ 16 ਅਧਿਆਇ 16 ਵਚਨ ਆਪਾਂ ਪੜਾਂਗੇ।
जो विश्वास करे और बपतिस्मा ले उसी का उद्धार होगा, परंतु जो विश्वास ना करे वह दोषी ठहराया जाएगा। परमेश्वर के नाम की स्तुति हो। प्रभु दे नाम दी बड़ाई होवे। उद्धार की प्रगटीकरण हम इधर करने जा रहे हैं। मुक्ति दो प्रगटीकरण ਅਸੀਂ ਇੱਥੇ ਕਰਨ ਚੱਲੇ जो ਹਾਂ। तौबा किया, मन फिराया, जीवन बदलिया, ये अंदर की क्रिया है, लेकिन बाहर की प्रगटीकरण है बपतिस्मा। ਅਤੇ ਅਸੀਂ ਤੌਬਾ ਕੀਤੀ, ਮਨ ਫਿਰਾਇਆ, ਪਾਪ ਛੱਡ ਦਿੱਤੇ, ਇਹ ਸਾਡੇ ਅੰਦਰੂਨੀ ਇੱਕ ਜੋ ਅੰਦਰ ਹੋਣ ਵਾਲੀ ਬਦਲਾਵਟ ਹੈ, ਪਰ ਅਸੀਂ ਆਪਣੇ ਬਾਹਰੀ ਬਦਲਾਵਟ ਨੂੰ ਦਿਖਾਉਣ ਦੇ ਲਈ ਚਾਹ ਰਹੇ ਹਾਂ। और बपतिस्मा क्या है? ਬਪਤਿਸਮਾ ਕੀ ਹੈ? इसको यूनानी भाषा में ये कहते हैं, ਉਹਨੂੰ ਯੂਨਾਨੀ ਭਾਖਿਆ ਦੇ ਵਿੱਚ ਇਦਾਂ ਆਖਿਆ ਜਾਂਦਾ ਹੈ, पानी में डूबना है। ਪਾਣੀ ਦੇ ਵਿੱਚ ਡੁੱਬਣਾ ਹੈ। बपतिस्मा क्या है? ਬਪਤਿਸਮਾ ਕੀ ਹੈ? पानी में डूबना है। ਪਾਣੀ ਦੇ ਵਿੱਚ ਡੁੱਬਣਾ। प्रभु यीशु मसीह यरदन नदी में पानी में डूब के बपतिस्मा लिया। ਅਤੇ ਯीशु मसीह ने यरदन नदी ਦੇ ਵਿੱਚ ਪਾਣੀ ਦੇ ਵਿੱਚ ਡੁਬਕੀ ਦਾ ਬਪਤਿਸਮਾ ਲਿਆ। परमेश्वर के नाम की स्तुति हो। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। तौबा करके मन फिरा के यीशु मसीह को जो स्वीकार करके धर्म में टकराई, नई जीवन शुरू किया, सिर्फ उस व्यक्ति बपतिस्मा लेना है। ਅਤੇ ਇਹ ਤੌਬਾ ਕਰਕੇ ਮਨ ਫਿਰਾ ਕੇ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਕੇ ਅਤੇ ਨਵੀਂ ਜ਼ਿੰਦਗੀ ਪਰਮੇਸ਼ਰ ਦੇ ਨਾਲ ਸ਼ੁਰੂ ਕੀਤੀ, ਜਿਨ੍ਹਾਂ ਨੇ ਉਹਨਾਂ ਲੋਕਾਂ ਨੇ ਬਪਤਿਸਮਾ ਲੈਣਾ ਹੈ। सुनना अपने ध्यान से, ਤੁਸੀਂ ਬਹੁਤ ਧਿਆਨ ਦੇ ਨਾਲ ਸੁਣਨਾ ਹੈ। मन फिराना, ਤੌਬਾ ਕਰਨੀ, यीशु मसीह पर विश्वास करना। ਯੀਸ਼ੂ ਮਸੀਹ ਦੇ ਉੱਤੇ ਭਰੋਸਾ ਰੱਖਣਾ। मन फिराना मतलब अपने हर एक पापों को माफी मानकर हमेशा के लिए छोड़ना है। ਅਤੇ ਤੌਬਾ ਕਰਨ ਦਾ ਭਾਵ ਇਹੀ ਹੈ ਕਿ ਤੁਸੀਂ ਹਰ ਤਰ੍ਹਾਂ ਦੇ ਪਾਪ ਤੋਂ ਮਾਫੀ ਮੰਗ ਕੇ ਸਦਾ ਦੇ ਲਈ ਉਹਨੂੰ ਛੱਡ ਦੇਣਾ ਹੈ। यीशु ही परमेश्वर विश्वास करके उसको आपका जीवन की मुक्ति दाता के रूप में स्वीकार करना। ਅਤੇ ਯੀਸ਼ੂ ਮਸੀਹ ਹੀ ਇੱਕਮਾਤਰ ਸੱਚਾ ਪਰਮੇਸ਼ਰ ਹੈ, ਉਹਦੇ ਤੇ ਵਿਸ਼ਵਾਸ ਕਰਕੇ ਉਹਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਨਾ ਹੈ। और विश्वास करना आपके हर एक पापों को माफी मिल चुका है। ਅਤੇ ਇਸ ਗੱਲ ਤੇ ਭਰੋਸਾ ਵੀ ਰੱਖਣਾ ਕਿ ਤੁਹਾਡੀ ਜ਼ਿੰਦਗੀ ਦੇ ਹਰ ਪਾਪ ਮਾਫ ਹੋ ਚੁੱਕੇ ਨੇ। तो इसके अनुसार आगे आपके जीवन नई तरीके से शुरू करना। ਤੇ ਇਸੇ ਦੇ ਮੁਤਾਬਿਕ ਤੁਸੀਂ ਅੱਗੇ ਦੀ ਜ਼ਿੰਦਗੀ ਨੂੰ ਇੱਕ ਨਵੇਂ ਸਿਰੇ ਤੋਂ ਇੱਕ ਨਵੇਂ ਤਰੀਕੇ ਨਾਲ ਸ਼ੁਰੂ ਕਰਨਾ। नई स्वभाव, ਇੱਕ ਨਵਾਂ ਸੁਭਾਅ, नई बोलियां, ਨਵੀਂ ਬੋਲ ਬਾਣੀ। मतलब आपको गाली देने की आदत है, आप हमेशा के लिए छोड़ना है। ਮਤਲਬ ਗਾਲਾਂ ਕੱਢਣ ਦੀ ਜਿਹੜੀ ਆਦਤ ਆ ਉਹਨੂੰ ਸਦਾ ਦੇ ਲਈ ਛੱਡ ਦੇਣਾ ਹੈ। लड़ाई के स्वभाव अब छोड़ना है। ਲੜਾਈ ਕਰਨ ਦਾ ਸੁਭਾਅ ਨੂੰ ਛੱਡ हर ਦੇਣਾ एक ਹੈ। चुगलियां, हर एक दुनियादारी, जो अवृत लोग जो उनके स्वभाव, उससे आप आज से अलग हो रहे हैं। ਅਤੇ ਹਰ ਤਰ੍ਹਾਂ ਦੀ ਚੁਗਲੀਖੋਰਾਂ ਤੋਂ ਤੇ ਹਰ ਤਰ੍ਹਾਂ ਦੀ ਚੁਗਲੀ ਦੇ ਸੁਭਾਅ ਤੋਂ ਜਾਂ ਹਰ ਤਰ੍ਹਾਂ ਦੇ ਔਰਤਾਂ ਦੇ ਅੰਦਰ ਚੱਲਣ ਵਾਲੇ ਸੁਭਾਅ ਤੋਂ ਤੁਸੀਂ ਵੱਖਰੇ ਰਹਿਣਾ ਹੈ। नहीं, हमें ऐसे पाप हमारा जीवन भर है तो आप आज ही बपतिस्मा से दूर रहना है। ਅਤੇ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਪਾਪ ਜਾਂ ਗਲਤੀ ਸਾਡੇ ਜ਼ਿੰਦਗੀ ਦੇ ਵਿੱਚ ਹੈਗੀ ਹੈ ਤਾਂ ਕਿਰਪਾ ਕਰਕੇ ਅੱਜ ਤੁਸੀਂ ਬਪਤਿਸਮੇ ਤੋਂ ਦੂਰ ਹੀ मैं ਰਹੋ ਤਾਂ चर्च ਚੰਗਾ है। का जो लोगों को काउंसलिंग करते, जो नए लोग आते ਤੇ हैं, ਚਰਚ ਦੇ ਜਿਹੜੇ ਵਿੱਚ ਨਵੇਂ ਲੋਕ ਆਉਂਦੇ ਆ ਉਹਨਾਂ ਨਾਲ ਗੱਲਬਾਤ ਜਦੋਂ ਕਰਦੇ ਆ जरूर इनको अपना पति के बिना और कोई रिश्ता भी रखते हैं, ਤੇ ਜ਼ਰੂਰ ਆਪਦੇ ਘਰ ਵਾਲਿਆਂ ਤੋਂ ਬਿਨਾ ਵੀ ਹੋਰ ਵੀ ਨਜਾਇਜ਼ ਰਿਸ਼ਤੇ ਵੀ ਹੁੰਦੇ अपना ਨੇ। पत्नी के बिना और कोई रिश्ता रखते हैं। ਘਰ ਵਾਲੀ ਤੋਂ ਬਿਨਾ ਨਜਾਇਜ਼ ਰਿਸ਼ਤੇ ਹੁੰਦੇ ਨੇ। ऐसे लोग आज बपतिस्मा नहीं लेना ਤਾਂ है। ਅਸੀਂ ਜੇਕਰ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੈਗੀ ਆ ਤਾਂ ਜ਼ਰੂਰ ਬਪਤਿਸਮਾ ਨਾ ਲਓ। आपने आने वाले दिन उसको छोड़ने के बाद, नई जीवन शुरू करने के बाद बपतिस्मा लेना ਅਤੇ है। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਤੇ ਨਵੀਂ ਜ਼ਿੰਦਗੀ ਪ੍ਰਭੂ ਦੇ ਅੱਗੇ ਸਮਰਪਣ ਕਰਕੇ ਫਿਰ ਤੁਸੀਂ ਬਪਤਿਸਮਾ ਲੈਣਾ ਹੈ। आपको हम कभी भी कोई इधर प्रेशर नहीं है, बपतिस्मा लेना ही है। ਇੱਥੇ ਤੁਹਾਡੇ ਨਾਲ ਕੋਈ ਵੀ ਧੱਕਾ ਨਹੀਂ ਹੈ ਜਾਂ ਕੋਈ ਵੀ ਤੁਹਾਡੇ ਉੱਤੇ ਭਾਰ ਨਹੀਂ ਪਾਇਆ ਜਾਂਦਾ ਕਿ ਤੁਸੀਂ ਬਪਤਿਸਮਾ ਲੈਣਾ ਹੀ ਲੈਣਾ ਹੈ। आप अपने जीवन बदल के नई जीवन शुरू किया, अब मसीह में एक नई व्यक्ति है, आपके स्वभाव सब बदल चुका है। आप अपने आप को परखना, मैं आज से ही हूँ, मैं पूरे यीशु मसीह में चल रहे हैं, चलेंगे, ये समर्पण के साथ आपने बपतिस्मा ਅਤੇ लेना ਤੁਸੀਂ है। ਆਪ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਜੇ ਫੈਸਲਾ ਲੈਣਾ ਕਿ ਹਾਂ ਮੈਂ ਬਪਤਿਸਮਾ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਂ ਪਰਮੇਸ਼ਰ ਦੇ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ, ਮੈਂ ਪਾਪ ਤੋਂ ਬੁਰਾਈ ਤੋਂ ਬਾਹਰ ਰਹਿਣਾ ਚਾਹੁੰਦਾ ਹਾਂ ਅਤੇ ਮੇਰੀ ਜ਼ਿੰਦਗੀ ਨੂੰ ਮੈਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦਾ। ਤੇ ਤੁਸੀਂ ਆਪਣੀ ਜੀਵਨ ਨੂੰ ਬਦਲਾਵਟ ਦੇ ਵਿੱਚ ਲਿਆ ਕੇ ਫਿਰ ਪਰਮੇਸ਼ਰ ਦੀ ਰਜ਼ਾ ਦੇ ਮੁਤਾਬਿਕ ਤੁਸੀਂ ਬਪਤਿਸਮੇ ਦੇ ਵਿੱਚ ਸ਼ਾਮਿਲ ਹੋਣਾ ਹੈ। परमेश्वर के नाम की स्तुति ਪ੍ਰਭੂ हो। ਦੇ ਨਾਮ ਦੀ ਵਡਿਆਈ ਹੋਵੇ। बपतिस्मा किसके नाम से लेना है? ਬਪਤਿਸਮਾ ਕਿਹਦੇ ਨਾਮ ਤੋਂ ਲੈਣਾ ਹੈ? बपतिस्मा क्या है? ਬਪਤਿਸਮਾ ਕੀ ਹੈ? पानी में डूबना है। ਪਾਣੀ ਦੇ ਵਿੱਚ ਡੁੱਬਣਾ उसके ਹੈ। आत्मीय अर्थ में मैं आपको ਉਹਦਾ बताऊंगी। ਰੂਹਾਨੀ ਮਤਲਬ ਦੱਸਦੇ ਹਾਂ। कौन बपतिस्मा लेना है, ਬਪਤਿਸਮਾ ਕਿਹਨੇ ਲੈਣਾ ਹੈ? ये मैंने आपको बोल चुका ਇਹ है। ਤੁਹਾਨੂੰ ਦੱਸ ਚੁੱਕੇ ਹਾਂ। परमेश्वर के नाम की स्तुति ਪ੍ਰਭੂ ਦੇ हो। ਨਾਮ ਦੀ ਵਡਿਆਈ ਹੋਵੇ। और आपने नई जन्म शुरू किया है। ਤੇ ਤੁਸੀਂ ਹੁਣ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ। परमेश्वर के नाम की स्तुति ਪ੍ਰਭੂ हो। ਦੇ ਨਾਮ ਦੀ ਵਡਿਆਈ कौन ਹੋਵੇ। बपतिस्मा लेना है? ਬਪਤਿਸਮਾ ਲੈਣਾ ਕਿਹਨੇ ਆ?
कब तक लेना है। कदों तक लेना है। कुछ लोग बोलते हैं मैंने अभी तौबा किया, अभी कैसे बपतिस्मा ले सकता है। ਤੇ ਕੁਝ ਲੋਕ ਐਂ ਕਹਿੰਦੇ ਕਿ ਮੈਂ ਤਾਂ ਹੁਣੇ ਨਵਾਂ ਹੀ ਆਇਆ, ਮੈਂ ਤਾਂ ਮਨ ਫਿਰ ਆਇਆ, ਤੌਬਾ ਹੀ ਹੁਣ ਕੀਤੀ ਹੈ, ਤਾਂ ਹੁਣੇ ਬਪਤਿਸਮਾ ਕਿਵੇਂ ਲੈ ਲਾਂ। हम प्रेरितों का काम दूसरे अध्याय में हम पढ़ते हैं, जो पत्रोस ने वचन प्रचार किया, जो लोगों ने विश्वास किया, तुरंत 3000 लोग बपतिस्मा दिया उसी दिन। ਤੇ ਰਸੂਲਾਂ ਦੇ ਕਰਤੱਵ ਜਦੋਂ 2 ਅਧਿਆਏ ਪੜ੍ਹਦੇ ਆ ਤਾਂ ਪਤਰਸ ਨੇ ਜਦੋਂ ਖੜੇ ਹੋ ਕੇ ਪਵਿੱਤਰ ਆਤਮਾ ਆਉਣ ਤੋਂ ਬਾਅਦ ਉਪਦੇਸ਼ ਦਿੱਤਾ ਤਾਂ ਉਸੇ ਵੇਲੇ 3000 ਲੋਕਾਂ ਨੇ ਆਪਣੇ ਮਨ ਨੂੰ ਫਿਰਾਇਆ ਅਤੇ ਉਸੇ ਵੇਲੇ ਉਸੇ ਦਿਨ ਦੇ ਵਿੱਚ ਉਹਨਾਂ ਨੇ ਪ੍ਰੇਰਿਤਾਂ ਦੇ ਹੱਥੋਂ ਰਸੂਲਾਂ ਦੇ ਹੱਥੋਂ ਬਪਤਿਸਮਾ ਲੈ ਲਿਆ। कुरनेलियुस के घर पे उसी रात को बपतिस्मा लिया। ਕੁਰਨੇਲੀਅਸ ਦੇ ਘਰ ਦੇ ਵਿੱਚ ਉਸੇ ਰਾਤ ਨੂੰ ਉਹਨਾਂ ਨੇ ਬਪਤਿਸਮਾ ਲੈ ਲਿਆ। आपने तुरंत लेने का, इसके अनुसार तुरंत लेने का भी आपका जरूरत नहीं है, ਇਹ ਤੇ ਕਿ ਇਹ ਵੀ ਕੋਈ ਬਾਤ ਜ਼ਿਆਦਾ ਲੋੜ ਹੀ ਤਾਂ ਨਹੀਂ ਹੈ ਕਿ ਤੁਸੀਂ ਉਸੇ ਵੇਲੇ ਬਪਤਿਸਮਾ ਲੈ ਲਓ। क्योंकि आपको मन फिराने के लिए, जीवन परिवर्तन होने के लिए, मसीह में एक नई जीवन शुरू करने के लिए आपके टाइम की जरूरत है। मुझे टाइम चाहिए, मैं बदलेंगे, मैं सब कुछ छोड़ेंगे, मसीह में सही चलेंगे, मुझे वक्त चाहिए। उन लोगों को हम वक्त आज भी दे सकते हैं। ਅਤੇ ਜੇਕਰ ਤੁਸੀਂ ਚਾਹੁੰਦੇ ਕਿ ਮੈਂ ਹਜੇ ਮਸੀਹ ਦੇ ਵਿੱਚ ਇੰਨਾ ਜ਼ਿਆਦਾ ਵਧਿਆ ਨਹੀਂ ਹੈ, ਮੈਂ ਵਧਣਾ ਚਾਹੁੰਦਾ ਹਾਂ, ਮੈਂ ਇਹਨਾਂ ਗੱਲਾਂ ਦੇ ਵਿੱਚ ਹਜੇ ਹੈਗਾ, ਮੈਂ ਇਹਨਾਂ ਗੱਲਾਂ ਨੂੰ ਛੱਡਣਾ ਚਾਹੁੰਦਾ ਹਾਂ, ਮੈਂ ਆਪਣੀ ਨਵੀਂ ਜ਼ਿੰਦਗੀ ਹਜੇ ਹੌਲੀ ਹੌਲੀ ਬਦਲਾਂਗਾ, ਆਪਣੀ ਨਵੀਂ ਜ਼ਿੰਦਗੀ ਦੇ ਵੱਲ ਆਵਾਂਗਾ ਅਤੇ ਮੇਰੀ ਜ਼ਿੰਦਗੀ ਬਦਲ ਜਾਵੇਗੀ ਅਤੇ ਮੈਨੂੰ ਥੋੜਾ ਵੇਲਾ ਚਾਹੀਦਾ, ਮੈਨੂੰ ਥੋੜਾ ਟਾਈਮ ਦੇ ਦਿਓ, ਤਾਂ ਅੱਜ ਵੀ ਅਸੀਂ ਤੁਹਾਨੂੰ ਟਾਈਮ ਦੇਣ ਦੇ ਲਈ ਤਿਆਰ ਹਾਂ। लेकिन आज आपकी ये निर्णय है, नहीं मैं सब कुछ छोड़ चुका है, नहीं तो मैं आज से पूरा मैं छोड़ के मसीह में एक नई व्यक्ति बनकर मैं रहेंगी, चलेंगे मसीह के साथ जुड़कर जीवन में आगे बिताएंगे। इस तरह आपको निर्णय है, आप बपतिस्मा के लिए योग्य हो। ਅਤੇ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਚੁੱਕੇ ਹੋ ਤੇ ਤੁਸੀਂ ਪ੍ਰਭੂ ਦੇ ਲਈ ਇੱਕ ਫੈਸਲਾ ਲੈ ਹੀ ਲਿਆ ਕਿ ਮੈਂ ਬਪਤਿਸਮਾ ਲੈਣਾ ਹੀ ਹੈ, ਜਾਂ ਫਿਰ ਤੁਸੀਂ ਇਹ ਫੈਸਲਾ ਲੈ ਲਿਆ ਕਿ ਅੱਜ ਤੋਂ ਹਾਂ ਮੈਂ ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ, ਮੈਂ ਬਪਤਿਸਮਾ ਲੈਣ ਦੇ ਲਈ ਤਿਆਰ ਹਾਂ ਤੇ ਮੈਂ ਸਾਰੀਆਂ ਗੱਲਾਂ ਤੋਂ ਬਾਹਰ ਰਵਾਂਗਾ, ਜੋ ਪਰਮੇਸ਼ਰ ਦਾ ਵਚਨ ਮੈਨੂੰ ਕਹਿੰਦਾ ਹੈ ਉਹ ਗੱਲਾਂ ਨੂੰ ਹੀ ਮੈਂ ਕਰਾਂਗਾ, ਤਾਂ ਤੁਸੀਂ ਬਪਤਿਸਮਾ ਲੈ ਸਕਦੇ ਹੋ। बपतिस्मा जरूर पानी में डूबना इसकी अर्थ है, लेकिन उसके आत्मीय अर्थ क्या है पढ़ेंगे। रोमियो को पत्री 6 का 3 पढ़े। ਅਤੇ ਜੋ ਬਪਤਿਸਮਾ ਲੈਣਾ ਹੈ ਜ਼ਰੂਰ ਇਹਦਾ ਮਤਲਬ ਇਹੀ ਹੈ ਕਿ ਪਾਣੀ ਦੇ ਵਿੱਚ ਡੁੱਬਣਾ, ਪਰ ਜਿਹੜਾ ਇਹਦਾ ਆਤਮਿਕ ਜਾਂ ਰੂਹਾਨੀ ਮਤਲਬ ਕੀ ਹੈ ਉਹਦੇ ਬਾਰੇ ਆਪਾਂ ਪੜਾਂਗੇ रोमियो ਦੀ पत्री 6 ਅਧਿਆਇ 3 वचन ਨੂੰ ਆਪਾਂ पढ़ेंगे। क्या तुम नहीं जानते कि हम सब जिन्होंने मसीह यीशु का बपतिस्मा लिया उसकी मृत्यु का बपतिस्मा लिया, आमीन। अतः उस मृत्यु का बपतिस्मा पाने से हम उसके साथ गाड़े गए, ताकि जैसे मसीह पिता की महिमा के द्वारा मरे हुओं में से जिलाया गया, वैसे ही हम भी नए जन्म की सी चाल चलें। परमेश्वर के नाम की स्तुति को। प्रभु के नाम की बड़ाई होवे। जो हम मसीह में आ गए, प्रभु यीशु मसीह को स्वीकार किया, पुराना स्वभाव छोड़कर नई जीवन शुरू किया, उसको बोलते हैं नई जन्म। ये बपतिस्मा नहीं है। ਤੇ ਜਦੋਂ ਆਪਾਂ ਯੀਸ਼ੂ ਮਸੀਹ ਦੇ ਵਿੱਚ ਆ ਗਏ, ਆਪਾਂ ਵਿਸ਼ਵਾਸ ਕੀਤਾ ਤੇ ਪੁਰਾਣੀ ਜ਼ਿੰਦਗੀ ਨੂੰ ਛੱਡ ਕੇ ਆਪਾਂ ਪਾਪਾਂ ਤੋਂ ਮਾਫੀ ਮੰਗ ਕੇ ਆਪਾਂ ਪੁਰਾਣੀ ਜ਼ਿੰਦਗੀ ਨੂੰ ਛੱਡ ਕੇ ਨਵੀਂ ਜ਼ਿੰਦਗੀ ਦੇ ਵਿੱਚ ਆ ਗਏ, ਉਹਨੂੰ ਕਿਹਾ ਜਾਂਦਾ ਮਨ ਫਿਰਾਉਣਾ, ਤੌਬਾ ਕਰਨਾ। ਇਹ ਬਪਤਿਸਮਾ नहीं है। मतलब हमारा जो एदन वाटिका में जो खो गए आत्मीय इंसान वापस मिल गया, मैं आत्मीय रूप में मेरी नई जन्म हो गया। ਅਤੇ ਮਤਲਬ ਕਿ ਜਿਹੜਾ ਅਦਨ ਦੇ ਬਗੀਚੇ ਦੇ ਵਿੱਚ ਮੇਰਾ ਜਿਹੜਾ ਰੂਹਾਨੀ ਜ਼ਿੰਦਗੀ ਸੀ ਉਹ ਖਤਮ ਹੋ ਗਈ ਸੀ, ਯੀਸ਼ੂ ਮਸੀਹ ਦੇ ਵਿੱਚ ਆਉਣ ਕਰਕੇ ਦੁਬਾਰੇ ਉਹ ਆਤਮਿਕ ਜ਼ਿੰਦਗੀ, ਰੂਹਾਨੀ ਜ਼ਿੰਦਗੀ ਮੈਨੂੰ ਨਵੀਂ ਮਿਲ ਗਈ है। मेरे आंख खुल गया, मेरी ਅੱਖਾਂ ਖੁੱਲ ਗਈਆਂ, मेरे कान खुल गया, ਮੇਰੇ ਕੰਨ ਖੁੱਲ ਗਏ, मैं समझ गया परमेश्वर कौन है, ਮੈਂ ਸਮਝ ਗਿਆ ਹਾਂ ਪ੍ਰਭੂ ਕੌਣ ਹੈ। मैं उसको अनुभव करने लगी आत्माओं में, ਮੈਂ ਆਤਮਾ ਦੇ ਵਿੱਚ ਉਹਨੂੰ ਅਹਿਸਾਸ ਕਰਨ ਲੱਗ ਗਿਆ ਹਾਂ, मैं आत्माओं में उसको देखने लगी, ਮੈਂ ਰੂਹ ਦੇ ਵਿੱਚ ਉਹਨੂੰ ਵੇਖਣ ਲੱਗ मैं ਗਿਆ, आत्माओं में उससे सुनने लगी। ਹਾਂ रूह ਦੇ ਵਿੱਚ ਉਹਨੂੰ ਸੁਣਨ ਲੱਗ मुझे ਗਿਆ, आत्माओं में पता है परमेश्वर मेरे साथ चलते ਤੇ हैं। रूह ਦੇ ਵਿੱਚ ਮੈਂ ਜਾਣਦਾ ਪ੍ਰਭੂ ਮੇਰੇ ਨਾਲ ਚੱਲਦਾ ਏ, मैं जानती मैं परमेश्वर के मंदिर हूँ, ਮੈਂ ਜਾਣਦਾ ਮੈਂ ਪ੍ਰਭੂ ਦੇ ਰਹਿਣ ਦੀ ਥਾਂ, यीशु मेरे अंदर है, ਔਰ ਯੀਸ਼ੂ ਮੇਰੇ ਅੰਦਰ यीशु ਹੈ, मेरे अंदर जीवित रहते ਯੀਸ਼ੂ हैं। ਮੇਰੇ ਅੰਦਰ ਜਿਉਂਦਾ ਏ। उस व्यक्ति ने, ਉਹ ਬੰਦੇ ਨੇ पुराने व्यक्तियों को पानी में हमेशा के लिए डूब के एक नई व्यक्ति मसीह में, मसीह की चाल चलन के बिल्कुल समानता में चलने शुरू होती है, उसको बोलते बपतिस्मा। ਅਤੇ ਆਪਣੇ ਪੁਰਾਣੇ ਮਨੁੱਖਤਵ ਨੂੰ ਉਸ ਪਾਣੀ ਦੇ ਵਿੱਚ ਡੁਬੋ ਦਿੰਨੇ ਆ ਤੇ ਇੱਕ ਨਵੇਂ ਮਨੁੱਖਤਵ ਦੇ ਨਾਲ ਅਸੀਂ ਜਿਉਂਦੇ ਹੋ ਜਾਂਦੇ ਆ ਤੇ ਮਸੀਹ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਆ, ਉਹਨੂੰ ਕਿਹਾ ਜਾਂਦਾ ਹੈ ਅਸਲ ਬਪਤਿਸਮਾ। 10वां वचन पढ़ेंगे। ਉਹਦਾ 10वें वचन ਨੂੰ ਆਪਾਂ ਪੜਾਂਗੇ। क्योंकि जब वह मर गया तो पाप के लिए एक ही बार मर गया।
पाप के लिए आप मर चुका है। ਤਾਂ ਜਦੋਂ ਤੁਸੀਂ ਉਸ ਪਾਣੀ ਵਿੱਚ ਡੁਬੋਏ ਜਾਂਦੇ ਹੋ, ਤੁਸੀਂ ਪਾਪ ਦੇ ਲਈ ਮਰ ਜਾਂਦੇ ਹੋ, परंतु जो जीवित है तो परमेश्वर के लिए जीवित है। आज से आप परमेश्वर के लिए जीवित है, परमेश्वर में आत्मा के द्वारा जीवित है। ਅਤੇ ਤੁਸੀਂ ਅੱਜ ਤੋਂ ਪ੍ਰਭੂ ਦੇ ਲਈ ਜਿਉਂਦੇ ਹੋ ਅਤੇ ਪਰਮੇਸ਼ਰ ਦੇ ਲਈ ਜੀਓਗੇ ਅਤੇ ਰੂਹ ਦੇ ਦੁਆਰਾ ਤੁਸੀਂ ਜਿਉਂਦੇ ਰਹੋਗੇ। परमेश्वर के नाम की स्तुति को ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ। पढ़ेंगे। गलातिया 3 का 27 पढ़े। ਗਲਾਤੀਆਂ ਦੀ ਕਿਤਾਬ ਉਹਦਾ 3 ਅਧਿਆਇ ਉਹਦਾ 27ਵਾਂ ਵਚਨ ਨੂੰ ਆਪਾਂ ਪੜਾਂਗੇ। और तुम में से जितनों ने मसीह में बपतिस्मा लिया है उन्होंने मसीह को पहन लिया है। मसीह क्यों पहन लिया है? तो मसीह ਨੂੰ ਪਾ ਲਿਆ ਏ। हमने इस दिनों में ये प्रचार सुन रही हूँ, मेरी अंदर भी मसीह है, मेरे बाहर भी मसीह है, मैं मसीह को पहन चुका है। ਅਤੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਇਹੀ ਉਪਦੇਸ਼ ਨੂੰ ਜ਼ਿਆਦਾ ਸੁਣ ਰਹੇ ਹਾਂ ਕਿ ਮੇਰੇ ਅੰਦਰ ਵੀ ਮਸੀਹ ਵਸਦਾ ਤੇ ਮੇਰੇ ਬਾਹਰ ਵੀ ਮਸੀਹ ਵਸਦਾ, ਕਿਉਂਕਿ ਮਸੀਹ ਮੇਰੇ ਵਿੱਚ ਵਸਦਾ ਏ। पढ़ेंगे इफिसियों को पत्री 4 का 23 और 24 वचन पढ़ेंगे। ਅਤੇ इफिसियों ਦੇ खत 23 ਅਤੇ 4 ਦਾ 23 24 वचन ਨੂੰ पढ़ांगे। और अपने मन के आत्मिक स्वभाव से नए बनते जाओ और नए मनुष्यत्व को पहन लो। नई मनुष्यत्व को पहन लो। ਅਤੇ ਨਵੇਂ ਮਨੁੱਖਤਵ ਨੂੰ ਪਾ ਲਓ जो परमेश्वर के अनुरूप सत्य की धार्मिकता और पवित्रता में सिरजा गया है। धार्मिकता, पवित्रता और सत्य, उस वस्त्र आपने पहन चुका है। ਅਤੇ ਸੱਚ ਦੇ ਤੇ ਧਾਰਮਿਕਤਾ ਦੇ ਅਤੇ ਪਵਿੱਤਰਤਾਈ ਦੇ ਲਿਵਾਜ ਤੁਸੀਂ ਪਾ ਚੁੱਕੇ ਹੋ। ये पहनने के पहले आपकी आत्मीय स्वभाव नया बनना है। पर इस लिवाज ਨੂੰ ਪਾਉਣ ਤੋਂ ਪਹਿਲਾਂ ਤੁਹਾਡਾ ਰੂਹਾਨੀ ਸੁਭਾਅ ਬਦਲਣਾ ਹੈ। आपकी जीवन बदलना ਤੁਹਾਡੀ है, ਜ਼ਿੰਦਗੀ ਨੇ ਬਦਲਣਾ आपकी ਹੈ, कैरेक्टर बदलना ਤੁਹਾਡੇ है, ਕੈਰੈਕਟਰ ਨੇ ਬਦਲ आपकी ਜਾਣਾ ਹੈ, बोली बदलना ਤੁਹਾਡੀ है, ਬੋਲਬਾਣੀ ਨੇ ਬਦਲਣਾ ਹੈ, आपकी चाल चलन बदलना है। ਤੁਹਾਡਾ ਚਰਿੱਤਰ ਬਦਲੂਗਾ। जो पुराना हर एक रिश्ता आपको प्रभु से दूर करना, वो सब छोड़ना है। ਅਤੇ ਪਰਮੇਸ਼ਰ ਤੋਂ ਅੱਡ ਕਰਨ ਵਾਲਾ ਹਰੇਕ ਰਿਸ਼ਤੇ ਨੂੰ ਤੁਸੀਂ ਛੱਡ ਦੇਣਾ ਹੈ। अब बपतिस्मा लेने वाले व्यक्ति के अंदर आप एक नई वस्त्र पहना, उस पर कभी भी दाग होने नहीं देना है। ਅਤੇ ਬਪਤਿਸਮਾ ਲੈਣ ਵਾਲੇ ਮਨੁੱਖ ਦੇ ਅੰਦਰ ਤੁਸੀਂ ਇੱਕ ਨਵਾਂ ਲਿਵਾਜ ਪਾ ਰਹੇ ਹੋ ਤੇ ਉਸ ਲਿਵਾਜ ਨੂੰ ਕਦੇ ਗੰਦਾ ਨਹੀਂ ਹੋਣ ਦੇਣਾ ਹੈ। और अब दूसरे को देख के चलना भी नहीं है। ਅਤੇ ਤੁਸੀਂ ਦੂਜਿਆਂ ਵੱਲ ਵੇਖ ਕੇ ਨਹੀਂ ਚੱਲਣਾ। बपतिस्म लेके प्रभु के नाम लेके प्रभु अंदर नहीं रहते, ऐसे बहुत सारे मसीह समाज में है। ਅਤੇ ਬਪਤਿਸਮਾ ਲੈ ਲਿਆ ਪਰ ਪਰਮੇਸ਼ਰ ਦੀ ਮਰਜ਼ੀ ਮੁਤਾਬਿਕ ਨਹੀਂ ਚੱਲਦੇ, ਮਸੀਹ ਅੰਦਰ ਨਹੀਂ ਹੈ। ਇਸ ਤਰੀਕੇ ਦੇ ਮਸੀਹੀ ਲੋਕ ਵੀ ਇਸ ਸਮਾਜ ਦੇ ਵਿੱਚ ਵਸਦੇ ਆ। कभी ये नहीं बोलना ये बहन सब कुछ करते, ये भाई सब कुछ करते इसलिए हम करने लगी, ये आपके लिए नियम नहीं। ऐसे कोई दूसरे को देकर चलने चाहते हो, आ जाओ पीछे हो जाए, आप सिर्फ देख के चलना मसीह को। ਅਤੇ ਇਹ ਨਹੀਂ ਹੈ ਕਿ ਆਪਾਂ ਦੂਜੇ ਨੂੰ ਦੇਖਦੇ ਕਿ ਹਾਂ ਇਹ ਇਸ ਤਰ੍ਹਾਂ ਕਰਦਾ, ਆ ਭੈਣ ਇਸ ਤਰ੍ਹਾਂ ਕਰਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂਗੇ। ਤੁਸੀਂ ਬਪਤਿਸਮਾ ਲੈਣ ਜਾ ਰਹੇ, ਤੁਸੀਂ ਕਦੇ ਵੀ ਕਿਸੇ ਵੱਲ ਦੇਖ ਕੇ ਨਹੀਂ ਚੱਲਣਾ। ਜੇਕਰ ਤੁਸੀਂ ਕਿਸੇ ਦੇਖ ਕੇ ਚੱਲਦੇ ਹੋ ਤਾਂ ਅੱਜ ਤੁਸੀਂ ਹੁਣੇ ਬਪਤਿਸਮਾ ਲੈਣ ਤੋਂ ਹਟ ਸਕਦੇ ਹੋ। सिद्ध करने वाला यीशु को देख के और से यीशु को ताकते रहो। ਅਤੇ ਲਿਖਿਆ ਹੈ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੀ ਯੀਸ਼ੂ ਮਸੀਹ ਦੀ ਵੱਲ ਤੁਸੀਂ ਵੇਖਦੇ ਰਹੋ। यीशु ने आपको बुलाया, ਯੀਸ਼ੂ ਨੇ ਤੁਹਾਨੂੰ ਸੱਦਿਆ, यीशु ने आपके लिए कुर्बानी हो गई, ਯੀਸ਼ੂ ਤੁਹਾਡੀ ਖਾਤਰ ਕੁਰਬਾਨ यीशु ਹੋਇਆ, के द्वारा आनंद जीवन मिला, ਯੀਸ਼ੂ ਦੇ ਦੁਆਰਾ ਸਦੀਪਕ ਜੀਵਨ ਮਿਲਿਆ, यीशु के द्वारा आत्मा मिला, ਯੀਸ਼ੂ ਦੇ ਦੁਆਰਾ ਰੂਹ ਮਿਲੀ ਹੈ, यीशु के द्वारा स्वर्ग मिला, ਯੀਸ਼ੂ ਦੇ ਦੁਆਰਾ स्वर्ग ਮਿਲਿਆ। यीशु के द्वारा यीशु में भी इस दुनिया में आप जीवन बिताना ਅਤੇ है। ਯੀਸ਼ੂ ਦੇ ਦੁਆਰਾ ਹੀ ਤੇ ਯੀਸ਼ੂ ਦੇ ਵਿੱਚ ਰਹਿੰਦੇ ਹੋਏ ਹੀ ਇਸ ਧਰਤੀ ਤੇ ਤੁਸੀਂ ਜ਼ਿੰਦਗੀ ਬਤੀਤ ਕਰਨੀ ਹੈ। यीशु से आज अलग नहीं है, ਤੁਸੀਂ ਯੀਸ਼ੂ ਤੋਂ ਅੱਜ ਵੱਖਰੇ ਨਹੀਂ ਹੋ। यीशु से आप अलग नहीं हो सकते ਯੀਸ਼ੂ ਤੋਂ हैं। ਤੁਸੀਂ ਅੱਜ ਵੱਖਰੇ ਨਹੀਂ ਹੋ ਸਕਦੇ। आपके अंदर पूरा यीशु को भर के रखना, मतलब आपको देखने वाले यीशु को देखना है। ਅਤੇ ਯੀਸ਼ੂ ਨੂੰ ਤੁਸੀਂ ਆਪਣੇ ਅੰਦਰ ਇੰਨਾ ਕੋ ਭਰ ਕੇ ਰੱਖਣਾ ਹੈਗਾ ਕਿ ਜੇ ਕੋਈ ਤੁਹਾਨੂੰ ਵੇਖੇ ਤਾਂ ਉਹ ਯੀਸ਼ੂ ਤੁਹਾਡੇ ਅੰਦਰ ਉਹਨਾਂ ਨੂੰ ਦਿਖਣਾ ਚਾਹੀਦਾ ਹੈ। आपकी ड्रेस कैसे भी हो, ਤੁਹਾਡੇ ਲਿਵਾਜ ਕੱਪੜੇ आपकी ਕਿਵੇਂ ਦੇ ਵੀ रंग ਹੈ, कैसे भी हो, ਤੁਹਾਡਾ ਰੰਗ ਕਿਹੋ ਜਿਹਾ ਵੀ ਹੈ, लेकिन आपके स्वभाव से पता लगते हैं आप मसीह है कि नहीं। ਪਰ ਤੁਹਾਡੇ ਸੁਭਾਅ ਤੋਂ पता ਲੱਗੂ ਕਿੰਨੇ ਕੁ ਮਸੀਹ ਹੋ ਤੁਸੀਂ। लोग जानना है आप मसीह है। ਲੋਕਾਂ ਨੇ ਜਾਣ ਲੈਣਾ ਕਿ ਤੁਸੀਂ ਹਾਂ ਮਸੀਹ ਹੋ। आप ऐसे एक जीवन बिताएंगे तो अगले महीने इतनी सी भी ज्यादा लोग इधर बपतिस्म के लिए तैयार हो ਤੇ ਜੇ जाएंगे। ਤੁਸੀਂ ਮਸੀਹ ਦੇ ਵਿੱਚ ਜ਼ਿੰਦਗੀ ਬਤੀਤ ਕਰੋਗੇ ਤਾਂ ਅਗਲੇ ਮਹੀਨੇ ਹੀ ਇਹ ਤੋਂ ਵੀ ਜ਼ਿਆਦਾ ਲੋਕਾਂ ਨੂੰ ਬਪਤਿਸਮੇ ਦੇ ਲਈ ਤੁਸੀਂ ਤਿਆਰ ਕਰ ਸਕਦੇ ਹੋ। एक और वचन पढ़ के हम समाप्त करेंगे, कोलोसिया 2 का 12 पढ़े। ਅਤੇ ਇੱਕ ਹੋਰ ਵਚਨ ਨੂੰ ਪੜਾਂਗੇ ਤੇ ਖਤਮ ਕਰਾਂਗੇ। ਕਲੂਸੀਆਂ ਦੀ ਪੱਤਰੀ 2 ਅਧਿਆਇ ਉਹਦਾ 12ਵਾਂ ਵਚਨ ਆਪਾਂ ਪੜਾਂਗੇ।
और उसी के साथ बपतिस्मा में गाड़े गए और उसी में परमेश्वर की सामर्थ पर विश्वास करके जिसने उसको मरे हुओं में से जिलाया उसके साथ जी भी उठे। यही है बपतिस्मा। यही है बपतिस्मा। एक बार और पढ़ेंगे। और उसी के साथ बपतिस्मा में गाड़े गए। हाँ, प्रभु यीशु मसीह के साथ जब प्रभु यीशु मसीह कब्रों में जो रखता था, यीशु के साथ मैं भी गाड़ा गया ਅਤੇ ਜਦੋਂ ਯੀਸ਼ु मसीह ਨੂੰ ਕਬਰ ਦੇ ਵਿੱਚ ਰੱਖਿਆ ਗਿਆ ਤਾਂ ਉਹਦੇ ਨਾਲ ਮੈਂ ਵੀ ਕਬਰ ਦੇ ਵਿੱਚ ਰੱਖਿਆ ਗਿਆ, दफनाया मतलब पानी में मुझे भी गाड़ा गया। मतलब पानी ਦੇ ਵਿੱਚ ਮੈਨੂੰ ਵੀ दफनाया आगे गया। पढ़ेंगे। उसी में परमेश्वर की सामर्थ पर विश्वास करके जैसे यीशु मसीह पवित्र आत्मा के सामर्थ से कब्र से बाहर आ गया, ਅਤੇ ਜਿਵੇਂ ਯੀशु मसीह ਪਾਕ ਰੂਹ ਦੀ ਸਮਰੱਥਾ ਦੇ ਨਾਲ ਪਾਕ ਉਸ ਕਬਰ ਦੇ ਵਿੱਚੋਂ ਨਿਕਲ ਆਇਆ। यीशु पर विश्वास करके पानी में जब डूबते मैं गाड़ा गया और मसीह में एक नई व्यक्ति मसीह के साथ जैसे जी उठा, मसीह के साथ मैं भी नई व्यक्ति जी उठा है। ਅਤੇ ਯੀशु मसीह ਦੇ ਉੱਤੇ ਵਿਸ਼ਵਾਸ ਕਰਕੇ ਮੈਂ ਉਸ ਪਾਣੀ ਦੇ ਵਿੱਚ ਦਫਨਾਇਆ ਗਿਆ ਹਾਂ ਅਤੇ ਹੁਣ ਜੋ ਮੈਂ ਜਿਉਂਦਾ ਹੋ ਰਿਹਾ ਹਾਂ ਤਾਂ ਮਸੀਹ ਦੇ ਵਿੱਚ ਇੱਕ ਨਵਾਂ ਮਨੁੱਖ ਜਿਉਂਦਾ ਹੋ ਰਿਹਾ ਹਾਂ। यही बपतिस्मा है। ਉਹੀ ਹੈ ਬਪਤਿਸਮਾ। आप मसीह में नई बनने पूरी तरह नई बन रहे हैं। ਮਸੀਹ ਦੇ ਵਿੱਚ ਤੁਸੀਂ ਇੱਕ ਨਵੇਂ ਬਣ ਜਾਓਗੇ ਤੇ ਪੂਰੇ ਤਰੀਕੇ ਨਾਲ ਤੁਸੀਂ ਨਵੇਂ जी ਬਣੋਗੇ। उठा मसीह, जलाली मसीह आज आपके अंदर पूरी तरह प्रकट होने जा रहे हैं। ਅਤੇ ਜਿੰਦਾ ਹੋ ਗਿਆ ਮਸੀਹ ਅਤੇ ਜਲਾਲੀ ਮਸੀਹ ਅੱਜ ਤੁਹਾਡੇ ਅੰਦਰ ਪੂਰੀ ਤਰ੍ਹਾਂ ਪ੍ਰਗਟ ਹੋਣ ਜ਼ਾਹਿਰ ਹੋਣ ਜਾ ਰਿਹਾ ਹੈ। इसके लिए आपके जीवन पूरी तरह अपने बदलना है। ਇਹਦੇ ਲਈ ਤੁਸੀਂ ਆਪਦੀ ਜ਼ਿੰਦਗੀ ਪੂਰੀ ਤਰੀਕੇ ਨਾਲ आज ਬਦਲਣੀ ਹੈ। चर्च के अंदर आने तक आपके जीवन पर जो कुछ गलती है, पाप है, सब आज भी यीशु आपको माफी देने के लिए ਅਤੇ तैयार ਅੱਜ ਇਸ ਚਰਚ ਵਿੱਚ ਆਉਣ ਤੱਕ ਦੀ ਤੁਹਾਡੀ ਜ਼ਿੰਦਗੀ 'ਚ ਭਾਵੇਂ ਕਿੱਡੀ ਵੀ ਗਲਤੀ ਹੈ, ਗੁਨਾਹ ਹੈ, ਭਾਵੇਂ ਜੋ ਮਰਜ਼ੀ ਹੈ, ਉਹ ਤੁਹਾਨੂੰ ਪਰਮੇਸ਼ਵਰ ਮਾਫ ਕਰ ਸਕਦਾ है। ਹੈ। मैं इतनी आपको वचन कहा, आपको कितने लोगों को समझ आ गई? ਤੇ ਜੋ ਵਚਨ ਇੱਥੇ ਦੱਸਿਆ ਗਿਆ ਕਿੰਨੇ ਜਣੇ ਇਸ ਗੱਲ ਨੂੰ ਸਮਝ ਗਏ ਨੇ? कितने लोगों को समझ आ गई? ਕਿੰਨੇ ਜਣਿਆਂ ਨੂੰ ਇਹ ਗੱਲ ਦੀ ਸਮਝ ਆਈ मैं ਹੈ? आपसे कुछ पूछ लूं? ਅਸੀਂ ਤੁਹਾਨੂੰ ਕੁਝ ਪੁੱਛ ਲਈਏ? आपको पूरा समझ आ गया ना? ਤੁਹਾਨੂੰ ਪੂਰਾ ਸਮਝ कल ਆਇਆ ਨਾ? आपसे कोई भी आके आपसे कहे आपका धर्म परिवर्तन हो गया, आप क्यों बपतिस्म लिया, आपको क्या जवाब आप दे देंगे? ਅਤੇ ਜੇਕਰ ਕੱਲ ਨੂੰ ਤੁਹਾਨੂੰ ਅੱਗੇ ਕੋਈ ਪੁੱਛੂਗਾ ਤੁਸੀਂ ਤਾਂ ਧਰਮ ਬਦਲਿਆ, ਤੁਹਾਡਾ ਧਰਮ ਬਦਲਤਾ ਚਰਚ ਵਾਲਿਆਂ ਨੇ, ਜਾਂ ਤੁਸੀਂ ਬਪਤਿਸਮਾ ਲੈ ਲਿਆ, ਤਾਂ ਤੁਹਾਡੇ ਅੱਗੇ ਕੀ ਜਵਾਬ ਕੀ ਹੋਊਗਾ ਤੁਹਾਡੇ ਕੋਲ? हम आपका धर्म नहीं बदलते हैं, ਅਸੀਂ ਤੁਹਾਡਾ ਕੋਈ ਧਰਮ ਨਹੀਂ हम ਬਦਲਦੇ, आपका मन परिवर्तन कर रहे ਬਸ ਅਸੀਂ ਤੁਹਾਡੇ ਮਨ ਨੂੰ ਬਦਲਦੇ हैं। ਹਾਂ। मन फिर आना, बपतिस्म लेना है। बस मन फिराना ते बपतिस्मा लेना। आपकी जात, आपकी गोद, आपके नाम सब वही रखेंगे, आपकी मन परिवर्तन हो जाता ਤੇ है। ਤੁਹਾਡੇ ਜਾਤ, ਤੁਹਾਡੀ ਗੋਤ, ਤੁਹਾਡੀ ਕੌਮ, ਤੁਹਾਡਾ ਸਾਰਾ ਕੁਝ ਉਹੀ ਰਹੂਗਾ, ਬਸ ਤੁਹਾਡਾ ਦਿਲ ਬਦਲਦਾ ਹੈ। आपकी मन परिवर्तन हो चुका, ਤੁਹਾਡਾ ਦਿਲ ਬਦਲ ਗਿਆ। आप सोच लो, ਤੁਸੀਂ ਸੋਚ ਲਵੋ, अपने आप को पूछ ले। ਤੁਸੀਂ ਆਪਣੇ ਆਪ ਨੂੰ ਪੁੱਛੋ, यदि आपका मन परिवर्तन नहीं हो गया, मैं कुछ टाइम और चाहिए, उन लोग हाथ ऊंचा करें। ਅਤੇ ਜੇ ਮੇਰਾ ਮਨ ਪਰਿਵਰਤਨ ਨਹੀਂ ਬਦਲਿਆ ਜਾਂ ਮੇਰਾ ਦਿਲ ਨਹੀਂ ਬਦਲਿਆ, ਮੈਨੂੰ ਥੋੜਾ ਜਿਹਾ ਹੋਰ ਸਮਾਂ ਚਾਹੀਦਾ ਤਾਂ ਕਿ ਮੈਂ ਆਪਣੇ ਦਿਲ ਨੂੰ ਬਦਲ ਸਕਾਂ। ਤੇ ਜੇਕਰ ਕੋਈ ਇਸ ਤਰੀਕੇ ਦਾ ਹੈਗਾ ਤਾਂ ਤੁਸੀਂ ਆਪਣੇ ਹੱਥ ਚੱਕ ਸਕਦੇ ਹੋ। कोई बीड़ी, कोई नशा आप खाते हो, आपने बपतिस्म नहीं लेना है। ਕੋਈ ਛੋਟੇ ਤੋਂ ਛੋਟਾ ਨਸ਼ਾ ਵੀ ਜੇਕਰ ਤੁਸੀਂ ਕਰਦੇ ਹੋ ਤਾਂ ਤੁਸੀਂ ਬਪਤਿਸਮਾ ਨਹੀਂ ਲੈਣਾ। कोई भी ऐसी बात है आपके पारिवारिक जीवन में, मैंने जो पहले कहा था, कोई फ्रेंडशिप आपका पति के बिना, आपका पत्नी के बिना, ऐसे लोगों भी बपतिस्म नहीं लेना है। ਅਤੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਪਤੀ ਪਤਨੀ ਤੋਂ ਬਿਨਾ ਕੋਈ ਹੋਰ ਨਜਾਇਜ਼ ਰਿਸ਼ਤਾ ਹੈਗਾ, ਜਿਵੇਂ ਪਹਿਲਾਂ ਦੱਸਿਆ ਸੀ, ਤਾਂ ਤੁਸੀਂ ਬਪਤਿਸਮਾ ਨਹੀਂ ਲੈਣਾ। कोई भी ऐसी बात, हम आपको कोई भी आपको ना पापी टकरेंगे, ना आपके ऊपर कोई दोष नहीं लगेंगे, आपको टाइम दे देंगे। ਤੇ ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਇਸ ਤਰੀਕੇ ਦੀ ਗੱਲ ਹੈਗੀ ਆ ਤਾਂ ਤੁਸੀਂ ਹੁਣੇ ਹੀ ਖੜੇ ਹੋ ਕੇ ਉਸ ਗੱਲ ਤੋਂ ਤੁਸੀਂ ਹਟ ਸਕਦੇ ਹੋਗੇ। ਅਸੀਂ ਤੁਹਾਨੂੰ ਕੋਈ ਵੀ ਦਬਾਅ ਨਹੀਂ ਪਾ ਰਹੇ ਹੈਗੇ ਜਾਂ ਨਾ ਹੀ ਤੁਹਾਨੂੰ ਕੋਈ ਕੁਝ ਬਦਨਾਮੀ ਬੇਇੱਜ਼ਤੀ ਕਰ ਰਹੇ ਹੈਗੇ। यीशु मसीह को कैसे स्वीकार करते हैं? ਯੀਸ਼ੂ ਮਸੀਹ ਨੂੰ ਕਿਵੇਂ ਪਾ आप ਲੈਂਦੇ यीशु पर विश्वास किया, ਤੁਸੀਂ ਯੀਸ਼ੂ ਤੇ ਭਰੋਸਾ आप ਰੱਖਿਆ, दिल से विश्वास किया, ਦਿਲੋਂ ਵਿਸ਼ਵਾਸ ਕੀਤਾ, मुंह से अंगीकार किया, ਮੂੰਹ ਤੋਂ ਇਹ ਅੰਗੀਕਾਰ ਕਰ यीशु ਲਿਆ ही परमेश्वर, ਯੀਸ਼ੂ ਹੀ उसको ਪਰਮੇਸ਼ਵਰ मैं ਹੈ स्वीकार कर रही हूँ। ਜਿਹਨੂੰ ਮੈਂ ਮੰਨਦਾ, पूरा जिंदगी ਪੂਰੀ ਜੀਵਨ मैं यीशु के साथ ਮੈਂ चलेंगी। ਯੀਸ਼ੂ ਦੇ ਨਾਲ ਚੱਲਾਂਗਾ। मरने के बाद ਮਰਨ ਤੋਂ ਬਾਅਦ स्वर्ग में भी ਸਵਰਗ ਦੇ ਵਿੱਚ यीशु ਵੀ के साथ रहेंगे। ਯੀਸ਼ੂ ਦੇ ਨਾਲ इस ਵਸਾਂਗਾ। तरह आप समर्पण करने तैयार हो? ਇਸ ਤਰ੍ਹਾਂ ਦਾ ਸਮਰਪਣ ਕਰਨ ਲਈ ਤਿਆਰ ਹੋ? सभी जन तैयार हो? ਸਾਰੇ ਜਣੇ ਤਿਆਰ ਹੋ? तैयार है तो उन लोग खड़े हो ਤੇ जाएंगे। ਜੋ ਤਿਆਰ ਨੇ ਉਹ ਖੜੇ ਹੋ ਸਕਦੇ ਨੇ। सिर्फ बपतिस्म लेने वाला खड़े होना है। ਜਿਨ੍ਹਾਂ ਨੇ ਬਪਤਿਸਮਾ ਲੈਣਾ ਸਿਰਫ ਉਹੀ ਖੜੇ ਹੋਣ, ਜਿਨ੍ਹਾਂ ਨੇ ਨਹੀਂ ਲੈਣਾ आप जो ਜਾਂ ਲੈ बपतिस्म ਚੁੱਕੇ लेने